ਅੱਜ ਆਪਾਂ ਡਿਸਕਸ ਕਰਨਾ ਹੈ ਇੰਟੀਗਰਲ ਰਿਡਿਊਸਿਬਲ ਟੂ ਦਾ ਫਾਰਮ 1/ax² + bx + c dx। ਆਪਾਂ ਆਹ ਵਾਲੇ ਇੰਟੀਗ੍ਰੇਸ਼ਨ ਉਦਣ ਕੀਤੇ ਸੀਗੇ ਕੱਲ। ਅੱਜ ਆਪਾਂ ਉਹ ਇੰਟੀਗ੍ਰੇਸ਼ਨ ਕਰਨੇ ਜਿਹੜੇ ਇਸ ਫਾਰਮ 'ਚ ਨਹੀਂ ਹੈਗੇ ਪਰ ਇਸ ਫਾਰਮ ਦੇ ਵਿੱਚ ਰਿਡਿਊਸ ਹੋ ਜਾਣਗੇ, ਬਦਲੇ ਜਾ ਸਕਦੇ ਆ, ਇਸ ਫਾਰਮ 'ਚ ਲਿਆਂਦੇ ਜਾ ਸਕਦੇ ਆ। ਉਹ ਵਾਲੇ ਇੰਟੀਗਰਲਸ ਨੂੰ ਅਸੀਂ ਅੱਜ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਵੇਂ ਇਹ ਚਾਹ ਫਸਟ ਐਗਜ਼ਾਮਪਲ ਦੇਖੋ, ਐਗਜ਼ਾਮਪਲ 69 ਦਾ ਫਸਟ ਪਾਰਟ। ਇੰਟੀਗਰਲ ਆਫ x upon x to the power 4 + x² + 1 dx। ਹੁਣ ਇਹ 'ਚ ਇੱਕ ਤਾਂ ਉੱਪਰ ਦੇਖੋ 1 ਹੁੰਦਾ ਸੀ ਸਾਡੇ ਕੋਲੇ, ਇੱਥੇ 1 ਨਹੀਂ ਹੈਗਾ, 1 ਦੇ ਥਾਂ ਤੇ x ਹੈ। ਹੇਠਾਂ ਜਿਹੜੀਆਂ x ਦੀਆਂ ਪਾਵਰਸ ਆ 2 ਤੋਂ ਸ਼ੁਰੂ ਹੁੰਦੀਆਂ ਸੀ, ਇੱਥੇ ਪਾਵਰ 4 ਹੈ, 2 ਹੈ ਤੇ 1 ਹੈ। ਤਾਂ ਅਸੀਂ ਇਹ 'ਚ ਕੀ ਕਰੀਏ, ਜੇ x² ਦੀ ਥਾਂ ਤੇ t ਪੁੱਟ ਕਰਦੇ, ਸਬਸਟੀਟਿਊਸ਼ਨ ਕਰਦੇ ਹਾਂ, x² ਦੀ ਜਗ੍ਹਾ ਤੇ t ਪੁੱਟ ਕਰਦੇ ਹਾਂ, ਤਾਂ 2x dx = dt ਹੋ ਜਾਏਗਾ, x dx = dt/2 ਹੋ ਜਾਏਗਾ। ਤਾਂ ਆ ਜਿਹੜਾ ਉੱਪਰ x ਹੈ, x dx, ਇਹ ਤਾਂ ਬਣ ਗਿਆ dt/2। ਇੱਥੇ ਹੋ ਗਿਆ 1, x ਦੀ ਪਾਵਰ 4 ਦੀ ਥਾਂ ਤੇ ਆ ਜਾਏਗਾ t² ਤੇ x² ਦੀ ਥਾਂ ਤੇ ਆ ਜਾਏਗਾ t, 1 ਦੀ ਥਾਂ ਤੇ 1। ਹੁਣ ਇਹ ਉਹ ਵਾਲੀ ਫਾਰਮ ਬਣ ਗਈ ਸਾਡੀ ਆਹ ਵਾਲੀ, ਠੀਕ ਹੈ। ਹੁਣ ਅਸੀਂ ਇਹਨੂੰ ਜਿਹੜਾ ਹੈਗਾ ਇੰਟੀਗ੍ਰੇਟ ਉਸੇ ਮੈਥਡ ਨਾਲ ਕਰ ਸਕਦੇ ਹਾਂ। ਤਾਂ ਪਹਿਲਾਂ 1/2 ਅਸੀਂ ਬਾਹਰ ਕੱਢ ਲਿਆ, ਤਾਂ ਸਾਡੇ ਕੋਲ ਬਚਿਆ 1/t² + t + 1 dt। ਤੇ ਇਹਨੂੰ ਉਸੇ ਤਰੀਕੇ ਨਾਲ ਕੰਪਲੀਟ ਸਕੁਆਇਰ ਵਿੱਚ ਬਦਲਾਂਗੇ। ਸਾਨੂੰ ਅਸੀਂ ਦੋ ਮੈਥਡ ਡਿਸਕਸ ਕੀਤੇ ਸੀਗੇ, ਤਾਂ ਉਸ ਮੈਥਡ ਨਾਲ ਜਦੋਂ ਅਸੀਂ ਇਹਨੂੰ ਕਰਾਂਗੇ ਤਾਂ ਬਣ ਜਾਏਗਾ t + 1/2 ਦਾ ਹੋਲ ਸਕੁਆਇਰ + √3/2 ਦਾ ਹੋਲ ਸਕੁਆਇਰ। ਇਹ ਕੀ ਬਣ ਗਿਆ, x² + a² ਬਣ ਗਿਆ, ਯਾਨੀ tan ਇਨਵਰਸ ਵਾਲਾ ਫਾਰਮੂਲਾ ਬਣ ਗਿਆ। ਤਾਂ 1/2 ਕੀ ਹੁੰਦਾ, 1/2 ਤਾਂ ਬਾਹਰ ਆ ਗਿਆ ਆਹੀ ਵਾਲਾ। ਇੱਥੇ tan ਦਾ ਫਾਰਮੂਲਾ ਕੀ ਹੁੰਦਾ, 1/a। a ਹੈਗਾ ਸਾਡੇ ਕੋਲੇ √3/2, 1/a ਕਰਾਂਗੇ ਤਾਂ ਉਲਟ ਹੋ ਜਾਏਗਾ, ਇਹ 2/√3 tan ਇਨਵਰਸ x/a। ਆ x ਆ ਸਾਡਾ ਤੇ ਆ a। ਸੋਲਵ ਕਰਾਂਗੇ, ਐਲਸੀਐਮ ਲਾ ਲਾਂਗੇ, 2t + 1/2 ਹੇਠਾਂ √3/2, 2 ਕੈਂਸਲ ਹੋ ਜਾਏਗਾ, 2t + 1/√3 ਹੋ ਜਾਏਗਾ। ਇੱਥੇ 2 ਕੈਂਸਲ ਹੋ ਕੇ 1/√3 ਹੋ ਜਾਏਗਾ। t ਦੀ ਵੈਲਿਊ ਦੁਬਾਰਾ ਸਬਸਟੀਟਿਊਟ ਕਰ ਦਾਂਗੇ ਤੇ ਆਨਸਰ ਸਾਡਾ ਆ ਜਾਏਗਾ। ਨੈਕਸਟ ਸਾਡੇ ਕੋਲ ਇੰਟੀਗਰਲ ਆਫ e⁴ x upon e⁴ 2x + 6 e⁴ x + 5। ਇੱਥੇ ਅਸੀਂ e⁴ x ਨੂੰ t ਲਵਾਂਗੇ, ਤਾਂ e⁴ x = t, ਤਾਂ ex dx = e⁴x dx = dt ਹੋ ਜਾਏਗਾ, ਯਾਨੀ ਇਹਦਾ ਨਿਊਮਰੇਟਰ ਹੈ ਜਿਹੜਾ ਉਹ dt ਬਣ ਜਾਏਗਾ। ਇੱਥੇ ਆ ਜਿਹੜਾ e⁴2x ਹੈ, e⁴2x, ਇਹਨੂੰ ਅਸੀਂ ਕੀ ਲਿਖ ਸਕਦੇ ਹਾਂ, e⁴x ⁴2, ਠੀਕ ਹੈ। ਯਾਨੀ ਇਹਨੂੰ ਕਿਉਂਕਿ e⁴x ਨੂੰ t ਲਿਆ ਤਾਂ ਇਹ ਹੋਊਗੀ t², ਤਾਂ ਇਹ ਹੋਗਾ t² + 60 + 5। ਇਹਨੂੰ ਅਸੀਂ ਉਸੇ ਤਰ੍ਹਾਂ ਕੰਪਲੀਟ ਸਕੁਆਇਰ 'ਚ ਬਦਲਿਆ ਤਾਂ ਇਹ ਬਣ ਗਿਆ t + 5 ਦਾ ਹੋਲ ਸਕੁਆਇਰ - 2 ਦਾ ਸਕੁਆਇਰ। ਇਹ ਬਣ ਗਿਆ x² - a²। ਇਹਦੀ ਵੈਲਿਊ ਹੁੰਦੀ ਹੈ 1/2a log x - a/x + a + c। ਤਾਂ ਇਹਨੂੰ ਜਦੋਂ ਅਸੀਂ ਬ੍ਰੈਕਟਸ ਨੂੰ ਓਪਨ ਕਰਿਆ ਤਾਂ ਇਹ ਬਣ ਗਿਆ t + 1 ਤੇ t + 5, ਤੇ t ਦੀ ਵੈਲਿਊ ਅਸੀਂ ਦੁਬਾਰਾ ਸਬਸਟੀਟਿਊਟ ਕੀਤੀ ਤਾਂ ਸਾਡਾ ਆਨਸਰ ਆ ਗਿਆ। ਨੈਕਸਟ ਹੈਗਾ sin x upon 1 + cos² x। ਤਾਂ ਇੱਥੇ ਕੀ ਕਰੀਏ, ਅਸੀਂ cos x ਨੂੰ t ਲੈ ਲਾਂਗੇ, cos x = t, ਤਾਂ -sin x dx = dt, ਤਾਂ sin x dx = -dt ਹੋ ਗਿਆ। ਤਾਂ ਉੱਪਰ sin x dx ਦੀ ਥਾਂ 'ਤੇ ਅਸੀਂ -dt, ਹੇਠਾਂ 1 + t² ਅਸੀਂ ਪੁੱਟ ਕਰਤਾ। ਇਹ ਬਣ ਗਿਆ dt/1 + x² ਵਾਲਾ ਫਾਰਮੂਲਾ, ਯਾਨੀ tan ਇਨਵਰਸ x ਦਾ ਫਾਰਮੂਲਾ। ਤਾਂ ਮਾਈਨਸ ਬਾਹਰ ਐਵੇਂ ਜਿਵੇਂ tan ਇਨਵਰਸ t + c ਹੋ ਜਾਏਗਾ। t ਦੀ ਵੈਲਿਊ ਦੁਬਾਰਾ ਸਬਸਟੀਟਿਊਟ ਕਰ ਦੇਂਗੇ, ਸਾਡਾ ਆਨਸਰ ਆ ਜਾਏਗਾ। ਇਸੇ ਤਰ੍ਹਾਂ 2x³ 4 + x⁴ 8 dx। ਤਾਂ ਇੱਥੇ x ਦੀ ਪਾਵਰ 4 ਨੂੰ ਅਸੀਂ t ਲਵਾਂਗੇ, x ਦੀ ਪਾਵਰ 4 = t, ਤਾਂ ਹੋ ਜਾਏਗਾ 4x³ dx = dt। ਸਾਡੇ ਕੋਲੇ ਕਿਉਂਕਿ ਉੱਪਰ 2x³ ਹੈ ਤਾਂ ਅਸੀਂ ਆ 4 ਦੇ ਵਿੱਚੋਂ 2 ਅੱਡ ਕਰ ਲਿਆ, 2 ਇੱਧਰ ਲੈ ਗਏ ਹੇਠਾਂ, 2 ਤਾਂ ਇੱਥੇ ਰੱਖ ਲਿਆ, 2 ਨੂੰ ਇੱਧਰ ਲੈ, ਤਾਂ 2x³ dx = dt/2। ਤਾਂ ਉੱਪਰ ਜਿਹੜਾ ਸਾਰਾ ਪੋਰਸ਼ਨ ਇਹ ਬਣ ਗਿਆ dt/2, ਹੇਠਾਂ ਬਣ ਗਿਆ 2² ਪਲੱਸ ਆ ਬਣ ਜੂਗਾ x⁴ ਦੀ ਪਾਵਰ 2 ਸੀ ਤੇ t² ਹੋ ਗਿਆ। ਤਾਂ ਇਹ ਹੋਮ ਬਣ ਗਿਆ 1/a² + x²। ਉਹੀ tan ਇਨਵਰਸ ਦਾ ਫਾਰਮੂਲਾ ਬਣ ਗਿਆ 1/a tan ਇਨਵਰਸ x/a + c। 1/2 ਮਲਟੀਪਲਾਈ ਹੋ ਕੇ 1/4 ਹੋ ਗਿਆ tan ਇਨਵਰਸ
ਟੀ ਦੀ ਵੈਲਿਊ ਦੁਬਾਰਾ ਸਬਸਟੀਟਿਊਟ ਕਰਕੇ ਸਾਡੇ ਕੋਲੇ ਆਨਸਰ ਆ ਜਾਏਗਾ। ਹੁਣ ਗੌਰ ਕਰਨ ਵਾਲੀ ਗੱਲ ਹੈ, ਅਸੀਂ ਕਿਹਦੀ ਵੈਲਿਊ ਅਸੀਂ ਜਿਹੜੀ ਹੈਗੀ ਹੈ ਟੀ ਲੈਣੀ ਹੈ। ਇਹਨਾਂ ਸਵਾਲਾਂ ਨੂੰ ਕਰਨ ਵਾਸਤੇ ਸਾਨੂੰ ਕੁਐਸਚਨ ਨੂੰ ਦੇਖ ਕੇ ਸਾਨੂੰ ਆਈਡੀਆ ਹੋਣਾ ਚਾਹੀਦਾ ਹੈ ਵੀ ਅਸੀਂ ਕਿਹਦੀ ਵੈਲਿਊ ਟੀ ਲੈਣੀ। ਜੀ ਦਾ ਡਿਫਰੈਂਸ਼ੀਅਲ ਉੱਤੇ ਪਿਆ ਤੁਹਾਨੂੰ ਨਜ਼ਰ ਆਉਂਦਾ ਹੈ, ਦੇਖੋ ਐਕਸ ਸਕੁਆਇਰ ਦਾ ਡਿਫਰੈਂਸ਼ੀਅਲ 2x ਹੁੰਦਾ, ਐਕਸ ਉਹ 'ਚ ਵੇਰੀਏਬਲ ਪਾਰਟ ਪਿਆ ਨਾ ਸਾਡੇ ਕੋਲੇ। ਇਸੇ ਤਰ੍ਹਾਂ e ਦੀ ਪਾਵਰ x ਦਾ ਡਿਫਰੈਂਸ਼ੀਅਲ e ਦੀ ਪਾਵਰ x ਹੁੰਦਾ ਉੱਪਰ ਪਿਆ, cos x ਦਾ ਡਿਫਰੈਂਸ਼ੀਅਲ sin x ਹੁੰਦਾ ਉੱਪਰ ਪਿਆ, x ਦੀ ਪਾਵਰ 4 ਦਾ ਡਿਫਰੈਂਸ਼ੀਅਲ x ਦੀ ਪਾਵਰ 3 ਹੁੰਦਾ ਹੈਗਾ। ਤੋਂ ਇਹਨਾਂ ਚੀਜ਼ਾਂ ਨੂੰ ਦੇਖ ਕੇ ਸਾਨੂੰ ਉਹਦੇ ਹੀ ਪਹਿਲਾਂ ਖਿਆਲ ਆਉਣਾ ਚਾਹੀਦਾ ਵੀ ਅਸੀਂ ਇਹਦੇ ਸਬਸਟੀਟਿਊਸ਼ਨ ਕਰਨ ਵੇਲੇ ਕਿਹਨੂੰ ਅਸੀਂ ਟੀ ਪੁੱਟ ਕਰਨਾ ਹੈਗਾ, ਤਾਂ ਉਹ ਉਸ ਨੂੰ ਕਰਨਾ ਜਿਹਦਾ ਡਿਫਰੈਂਸ਼ੀਅਲ ਉੱਪਰ ਪਿਆ। ਪਹਿਲਾਂ ਵੀ ਆਪਾਂ ਇਸ ਚੀਜ਼ ਨੂੰ ਡਿਸਕਸ ਕਰਕੇ ਆਏ ਹੋਏ ਹੈਗੇ, ਠੀਕ ਹੈ ਕਿ ਸਬਸਟੀਟਿਊਸ਼ਨ ਵੇਲੇ ਜ਼ਰੂਰ ਇਸ ਚੀਜ਼ ਦਾ ਖਿਆਲ ਕਰਿਆ ਕਰੋ। ਜਦੋਂ ਵੀ ਕੁਐਸਚਨ ਆਉਂਦਾ ਵੀ ਸਾਡੇ ਕੋਲੇ ਕਿਸੇ ਚੀਜ਼ ਦਾ ਡਿਫਰੈਂਸ਼ੀਅਲ ਉੱਪਰ ਪਿਆ ਹੋਵੇ ਤਾਂ ਅਸੀਂ ਉਹਨੂੰ ਟੀ ਪੁੱਟ ਕਰੀਏ ਤਾਂ ਕੁਝ ਬਣਦਾ ਸਾਡੇ ਕੋਲੇ ਇਹੋ ਜਿਹਾ ਜਿਹਨੂੰ ਅਸੀਂ ਸੋਲਵ ਕਰ ਸਕਦੇ ਈਜ਼ੀਲੀ। ਤਾਂ ਇੱਥੇ ਭਾਵੇਂ ਸਾਨੂੰ ਹੋਰ ਕੁਝ ਨਜ਼ਰ ਨਹੀਂ ਅਸੀਂ ਆਉਂਦਾ, ਪਰ ਸਾਨੂੰ ਇਹ ਪਤਾ ਸੀ ਵੀ cos x ਦਾ ਡਿਫਰੈਂਸ਼ੀਅਲ sin x ਹੁੰਦਾ, ਠੀਕ ਹੈ ਨਾ। ਅਤੇ ਜੇ ਅਸੀਂ cos x ਨੂੰ ਟੀ ਪੁੱਟ ਕਰੀਏ ਤਾਂ 1 + t² ਹੋ ਜਾਏਗਾ, ਤਾਂ a² + b a² + x² ਵਾਲਾ ਫਾਰਮੂਲਾ ਬਣ ਜਾਏਗਾ। ਇਹ ਸਾਡੇ ਦਿਮਾਗ 'ਚ ਕੁਐਸਚਨ ਨੂੰ ਦੇਖਦੇ ਸਾਰ ਮਤਲਬ ਆਈਡੀਆ ਆਉਣਾ ਚਾਹੀਦਾ। ਜਦੋਂ ਇਹ ਆਏਗਾ ਤਾਂ ਫਿਰ ਸਾਡਾ ਕੁਐਸਚਨ ਬਿਲਕੁਲ ਸੌਖਾ ਲੱਗੇਗਾ, ਤੁਹਾਨੂੰ ਫਿਰ ਮੁਸ਼ਕਲ ਨਹੀਂ ਲੱਗੇਗਾ। ਇਹ ਕਰਨ ਤੋਂ ਆਉਣਾ, ਜਿਵੇਂ ਜਿਵੇਂ ਤੁਸੀਂ ਇਹਨੂੰ ਕਰੀ ਚੱਲੋਗੇ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਫਿੱਟ ਹੌਲੀ ਹੌਲੀ ਪੱਕੀ ਤੌਰ 'ਤੇ ਹੋ ਜਾਣਗੀਆਂ। ਸੋ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਇਹਨਾਂ ਕੁਐਸਚਨਸ ਨੂੰ ਕਰਕੇ ਦੇਖੋ ਤਾਂ ਕਿ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆਵੇ। ਨੈਕਸਟ ਹੈ ਸਾਡੇ ਕੋਲੇ ਐਗਜ਼ਾਮਪਲ 70। evaluate 1/x 6 log x ਦਾ ਹੋਲ ਸਕੁਆਇਰ + 7 log x + 2। ਇਹ 'ਚ ਤੁਸੀਂ ਦੇਖੋ log x ਦਾ ਡਿਫਰੈਂਸ਼ੀਅਲ ਹੁੰਦਾ 1/x, ਉਹ ਆ ਪਿਆ ਦੇਖੋ 1/x 1/x dx ਹੈ ਨਾ। ਤਾਂ ਅਸੀਂ ਇੱਥੇ log x ਨੂੰ t ਪੁੱਟ ਕਰਾਂਗੇ ਤਾਂ log x = t, ਤਾਂ 1/x dx = dt ਹੋ ਜਾਏਗਾ। ਤਾਂ ਆ ਸਾਰਾ 1/x dx ਦੀ ਥਾਂ 'ਤੇ ਤਾਂ ਆ ਗਿਆ dt। ਆ ਬਣ ਗਿਆ 6t² + 7t + 2 6t² + 7t + 2। ਹੁਣ ਇਹਨੂੰ ਉਸੇ ਤਰੀਕੇ ਨਾਲ ਅਸੀਂ ਕੀ ਕਰਿਆ, ਪਹਿਲਾਂ ਤਾਂ ਤੁਹਾਨੂੰ ਪਤਾ ਵੀ ਕਿਉਂਕਿ t² ਦੇ ਨਾਲ ਜਾਂ ਸਕੁਆਇਰ ਵਾਲਾ ਜਿਹੜਾ ਟਰਮ ਹੁੰਦਾ ਉਹਦੇ ਨਾਲ ਸਾਡੇ ਕੋਲੇ 1 ਹੋਣਾ ਜ਼ਰੂਰੀ ਹੈ, ਤਾਂ 'ਚੋਂ 6 ਕਾਮਨ ਕੱਢਿਆ। ਪਹਿਲਾਂ 6 ਕਾਮਨ ਕੱਢ ਕੇ ਉਸ ਤੋਂ ਬਾਅਦ ਅਸੀਂ ਇਹਨੂੰ ਕੰਪਲੀਟ ਸਕੁਆਇਰ ਬਣਾਇਆ। ਕੰਪਲੀਟ ਸਕੁਆਇਰ ਉਸੇ ਤਰੀਕੇ ਨਾਲ ਮੈਥਡ ਨਾਲ ਬਣਾਉਣ ਦੀ ਕੋਸ਼ਿਸ਼ ਕੀਤੀ ਜਿਵੇਂ ਤੁਹਾਨੂੰ ਦੱਸਿਆ ਹੋਇਆ ਸੀਗਾ ਮੈਂ। t² ਇੱਥੇ ਕੀ ਕਰਦੇ ਹਾਂ ਅਸੀਂ 2 ਨਾਲ ਮਲਟੀਪਲਾਈ ਅਤੇ ਡਿਵਾਈਡ, 2 ਨਾਲ ਮਲਟੀਪਲਾਈ ਕਰਤਾ, ਡਿਵਾਈਡ ਕਰਤਾ, 7/6 ਦੀ ਬਣ ਗਿਆ 7/12। ਹੁਣ ਆ ਜਿਹੜਾ 7/12 ਹੈ ਇਹਦਾ ਸਕੁਆਇਰ ਜੋੜ ਦੇਣਾ ਅਤੇ ਘਟਾ ਦੇਣਾ। ਆ 1/3 ਐਵੇਂ ਜਿਵੇਂ ਇੱਥੇ ਰੱਖੀ, ਠੀਕ ਹੈ। ਹੁਣ ਇਹ ਕੀ ਬਣ ਗਿਆ t + 7/2 ਦਾ ਹੋਲ ਸਕੁਆਇਰ ਬਣ ਗਿਆ। t² ਯਾਨੀ a² + 2ab + b² ਸੀਗਾ, ਤਾਂ a + b ਦਾ ਹੋਲ ਸਕੁਆਇਰ ਬਣ ਗਿਆ। ਆਹ ਚੀਜ਼ ਸਾਡੇ ਕੋਲੇ ਬਚ ਗਈ, ਇਹਦਾ ਅਸੀਂ ਐਲਸੀਐਮ ਲੈ ਲਿਆ, ਸੋਲਵ ਕਰ ਲਿਆ। 1/, ਆਹ ਚੀਜ਼ ਹੈ 1/144, ਅਤੇ 144 ਤੁਹਾਨੂੰ ਪਤਾ ਹੈ 12 ਦਾ ਸਕੁਆਇਰ ਹੁੰਦਾ, ਤਾਂ 1/12 ਦਾ ਹੋਲ ਸਕੁਆਇਰ ਬਣ ਗਿਆ। ਅਤੇ ਇਹ ਕੀ ਹੁਣ ਬਣ ਗਿਆ x² - a² ਵਾਲਾ ਫਾਰਮੂਲਾ। ਉਹਦੀ ਵੈਲਿਊ ਹੁੰਦੀ ਹੈ 1/2a log x x - a x + a। ਆ x ਆ ਸਾਡਾ -a, ਆ x ਅਤੇ +a। ਸੋਲਵ ਕਰਕੇ ਆਹ ਚੀਜ਼ ਆ ਗਈ। ਐਲਸੀਐਮ ਲੈ ਲਾਂਗੇ, ਠੀਕ ਹੈ ਨਾ, ਉੱਪਰ ਥੱਲੇ ਐਲਸੀਐਮ ਲੈ ਲਿਆ, ਉਲਟ ਕੇ ਮਲਟੀਪਲਾਈ ਹੋ ਜਾਏਗਾ ਹੁਣ, ਠੀਕ ਹੈ ਨਾ। ਆ ਬਟਾ ਆ ਹੋ ਜਾਏਗਾ, ਆ 2 ਅਤੇ 3/2 ਹੋ ਜਾਣਗੇ। ਇਹਨਾਂ ਨੂੰ ਅੰਦਰ ਅਸੀਂ ਮਲਟੀਪਲਾਈ ਕਰ ਲਈਏ, ਚਾਹੇ ਅਸੀਂ ਕੀ ਕਰਿਆ ਇੱਥੇ ਨੂੰ, ਇਹ ਹੁਣ ਬਣ ਗਿਆ ਨਾ log a × b ਬਣ ਗਿਆ, log ab ਬਣ ਗਿਆ। ਅਸੀਂ ਕੀ ਕਰਿਆ log a ਅੱਡ ਕਰ ਲਿਆ + log b ਅੱਡ ਕਰ ਲਿਆ, ਯਾਨੀ log ab = log a + log b ਹੁੰਦਾ ਨਾ, ਤਾਂ log b ਹੈ ਜਿਹੜਾ ਅਲੱਗ ਕਰ ਲਿਆ ਪਲੱਸ 'ਚ। ਤਾਂ ਕੌਂਸਟੈਂਟ ਪਾਰਟ ਸੀਗਾ, ਹੁਣ c ਅਤੇ ਆ ਸਾਰਾ ਕੌਂਸਟੈਂਟ ਕਰਕੇ ਇੱਕ ਹੋਰ ਨਵਾਂ ਕੌਂਸਟੈਂਟ ਆ ਗਿਆ c1। ਆ c1 ਦੀ ਵੈਲਿਊ ਤੁਹਾਡੇ ਸਾਹਮਣੇ ਲਿਖੀ ਹੋਈ ਹੈ। ਤਾਂ log of ਅੱਜ ਸੀਗੇ ਇਹ 'ਚ ਹੁਣ t ਦੀ ਵੈਲਿਊ ਅਸੀਂ log x ਦੁਬਾਰਾ ਸਬਸਟੀਟਿਊਟ ਕਰਤੀ, ਸਾਡਾ ਆਨਸਰ ਆ ਗਿਆ, ਠੀਕ ਹੈ ਜੀ। ਇਸੇ ਤਰ੍ਹਾਂ ਨੈਕਸਟ ਹੈ e⁻⁻x 16 + 9 e⁻⁻2x dx। ਤਾਂ ਇੱਥੇ ਤੁਹਾਨੂੰ ਨਜ਼ਰ ਆ ਰਿਹਾ e⁻⁻x ਉੱਪਰ ਹੈ, ਤਾਂ ਅਸੀਂ e⁻⁻x ਨੂੰ t ਲੈ ਸਕਦੇ ਹਾਂ, ਉਹਦਾ ਡਿਫਰੈਂਸ਼ੀਅਲ ਉੱਤੇ ਪੈਦਾ, ਜਾਂ ਇੱਥੇ ਕਿਉਂਕਿ ਆ 3e⁻⁻2x ਹੈ, ਅਸੀਂ ਕੀ ਕਰਿਆ 3e⁻⁻x ਦੀ ਪਾਵਰ ਹੋਲ ਸਕੁਆਇਰ ਸੀ, ਅਸੀਂ ਸਾਰੇ ਨੂੰ ਹੀ t ਲੈ ਲਈਏ ਤਾਂ ਵੀ ਚੱਲ ਜੂਗਾ। ਅਸੀਂ ਇਹਨੂੰ ਸਾਰਿਆਂ ਨੂੰ ਹੀ t ਲੈ ਲਿਆ, ਆਪਦੇ ਆਪ ਹੀ 3 ਜਿੱਥੇ ਮਰਜ਼ੀ ਐਡਜਸਟ ਹੋ ਜਾਵੇ। ਨਹੀਂ ਤਾਂ ਅਸੀਂ ਕੀ ਕਰਦੇ ਹੁੰਦੇ ਫਿਰ ਇੱਥੋਂ 9 ਕਾਮਨ ਕੱਢਦੇ, ਉਵੇਂ ਵੀ ਕਰ ਸਕਦੇ ਸੀਗੇ,
ਠੀਕ ਹੈ ਕਿ ਉਵੇਂ, ਕਿਉਂਕਿ ਪਾਵਰ ਜਿਹੜੀ 2 ਵਾਲੀ ਪਾਵਰ ਹੈ ਉਹਦੇ ਨਾਲ ਕੋਈ ਸਾਡੇ ਕੋਲੇ 1 ਹੋਣਾ ਜ਼ਰੂਰੀ ਸੀਗਾ। ਅਸੀਂ 9 ਨੂੰ ਫਿਰ ਕਾਮਨ ਕਰ ਲਿਆ। ਫਿਰ ਅਸੀਂ ਕੀ ਕਰਿਆ, ਅਸੀਂ ਇਹ ਸਾਰੇ ਦੀ ਥਾਂ ਤੇ ਟੀ ਲੈ ਲਿਆ, ਤਾਂ ਕਿ ਹੁਣ ਜਦੋਂ ਅਸੀਂ ਇੱਥੇ ਵੈਲਿਊ ਪੁੱਟ ਕਰਾਂਗੇ ਤਾਂ ਟੀ ਆਊਗਾ, ਟੀ ਇਕੱਲਾ ਆਊਗਾ। ਠੀਕ ਹੈ ਜੀ। ਤਾਂ ਇੱਥੇ e ਟੂ ਦਾ ਪਾਵਰ -x dx ਇਕੁਅਲ ਟੂ ਕੀ ਹੋ ਗਿਆ -dt/3। ਤਾਂ ਉੱਪਰ ਆ ਜਿਹੜਾ ਪੋਰਸ਼ਨ ਇਹ ਬਣ ਗਿਆ -dt/3 -1/3 ਬਾਹਰ ਕੱਢ ਲਿਆ, dt ਰਹਿ ਗਿਆ। ਤੇ ਇੱਥੇ ਆ ਗਿਆ 4 ਸਕੁਆਇਰ ਪਲੱਸ ਇਹਦੀ ਸਾਰੇ ਦੀ ਥਾਂ ਤੇ ਟੀ ਸਕੁਆਇਰ ਆ ਜਾਏਗਾ, ਹੈ ਨਾ। ਤਾਂ 4 ਸਕੁਆਇਰ ਪਲੱਸ ਟੀ ਸਕੁਆਇਰ। ਹੁਣ ਇਹ ਬਣ ਗਿਆ a ਸਕੁਆਇਰ ਪਲੱਸ x ਸਕੁਆਇਰ ਵਾਲਾ ਫਾਰਮੂਲਾ, ਯਾਨੀ tan ਇਨਵਰਸ ਵਾਲਾ ਫਾਰਮੂਲਾ 1/a tan ਇਨਵਰਸ x/a ਪਲੱਸ c। x t ਦੀ ਜਿਹੜੀ ਹੈ ਵੈਲਿਊ ਦੁਬਾਰਾ ਸਬਸਟੀਟਿਊਟ ਕਰਤੀ, ਸਾਡਾ ਆਨਸਰ ਆ ਗਿਆ। ਨੈਕਸਟ ਹੈ ਹੁਣ ਸਾਡੇ ਕੋਲ ਇੰਟੀਗਰਲਸ ਆਫ ਦਾ ਟਾਈਪ 1/√of ax ਸਕੁਆਇਰ ਪਲੱਸ bx ਪਲੱਸ c dx। ਇਹਦੇ 'ਚ ਵੀ ਉਸੇ ਤਰੀਕੇ ਨਾਲ ਹੀ ਕਰਨਾ ਹੈ। ਇਹ ਸਕੁਆਇਰ ਰੂਟ ਵਾਲੇ ਕੁਐਸਚਨ ਆ ਗਏ, ਪਹਿਲਾਂ ਬਿਨਾਂ ਸਕੁਆਇਰ ਰੂਟ ਵਾਲੇ ਸੀਗੇ। ਕੰਮ ਉਸੇ ਤਰੀਕੇ ਨਾਲ ਚੱਲੇਗਾ ਸਾਰਾ। ਇਹਦੇ 'ਚ ਹੁਣ ਫਾਰਮੂਲੇ ਕਿਹੜੇ ਆ, ਜਿਹੜੇ ਪਹਿਲਾਂ ਅਸੀਂ ਬਿਨਾਂ ਸਕੁਆਇਰ ਰੂਟ ਵਾਲੇ ਯੂਜ਼ ਕੀਤੇ ਸੀ, ਹੁਣ ਜਿਹੜੇ 3 ਦੂਜੇ ਰਹਿ ਗਏ ਸਕੁਆਇਰ ਰੂਟ ਵਾਲੇ ਫਾਰਮੂਲੇ ਉਹ ਯੂਜ਼ ਹੋਣਗੇ ਇਹਦੇ ਵਿੱਚ। ਉਸੇ ਤਰੀਕੇ ਨਾਲ ਅਸੀਂ x ਦਾ ਜਿਹੜਾ ਪਹਿਲਾਂ ਕੋਫੀਸ਼ੀਐਂਟ ਆ ਉਹਨੂੰ 1 ਬਣਾਵਾਂਗੇ, ਇਹ ਕਾਮਨ ਕੱਢਾਂਗੇ। ਠੀਕ ਹੈ, 1 ਬਣਾਉਣ ਤੋਂ ਬਾਅਦ ਫਿਰ ਉਸੇ ਤਰ੍ਹਾਂ ਇਹਨੂੰ ਕੰਪਲੀਟ ਸਕੁਆਇਰ ਬਣਾਵਾਂਗੇ। ਕੰਪਲੀਟ ਸਕੁਆਇਰ ਬਣਾਉਣ ਤੋਂ ਬਾਅਦ ਫਿਰ ਆ ਜਿਹੜੇ 3 ਫਾਰਮੂਲੇ ਅਸੀਂ ਸਕੁਆਇਰ ਰੂਟ ਵਾਲੇ ਪੜ੍ਹੇ ਸੀ, ਸਪੈਸ਼ਲ ਇੰਟੀਗਰਲ, ਉਹਨਾਂ ਦੇ ਵਿੱਚ 6 ਫਾਰਮੂਲੇ ਜੋ ਲਾਸਟ 3 ਫਾਰਮੂਲੇ ਜਿਹੜੇ ਅਸੀਂ ਕੀਤੇ ਸੀ, ਇਹ ਉਹ ਵਾਲੇ ਫਾਰਮੂਲੇ ਇੱਥੇ ਲੱਗਣਗੇ। ਸਾਈਨ ਇਨਵਰਸ x ਵਾਲਾ ਤੇ ਇੱਕ ਆ a ਸਕੁਆਇਰ ਪਲੱਸ x ਸਕੁਆਇਰ ਦਾ ਸਕੁਆਇਰ ਰੂਟ, ਇਹਦਾ ਹੁੰਦਾ log x ਪਲੱਸ ਸਕੁਆਇਰ ਰੂਟ ਆਫ a ਸਕੁਆਇਰ ਪਲੱਸ x ਸਕੁਆਇਰ, ਤੇ ਮਾਈਨਸ ਵਾਲੀ ਚੀਜ਼ ਇਸੇ ਤਰੀਕੇ ਨਾਲ ਆਹੀ ਚੀਜ਼ ਹੁੰਦੀ ਹੈ। ਠੀਕ ਹੈ ਜੀ। ਸੋ ਇਹ ਫਾਰਮੂਲੇ ਅਸੀਂ ਇੱਥੇ ਹੁਣ ਯੂਜ਼ ਕਰਾਂਗੇ ਇਹਨਾਂ ਕੁਐਸਚਨ ਨੂੰ ਕਰਨ ਲਈ। ਤਾਂ ਇਹਦੇ 'ਚ ਪਹਿਲਾ ਹੈ ਸਾਡੇ ਕੋਲੇ ਐਗਜ਼ਾਮਪਲ 72, evaluate integral of 1/√of x minus 1 x minus 2। ਅਸੀਂ ਇਹਨੂੰ ਮਲਟੀਪਲਾਈ ਕਰਕੇ ax ਸਕੁਆਇਰ ਪਲੱਸ bx ਪਲੱਸ c ਬਣਾ ਲਿਆ। ਉਸੇ ਤਰ੍ਹਾਂ ਇਹਦੇ 'ਚ ਹੁਣ ਕਿਉਂਕਿ ਪਹਿਲਾਂ ਯੂਨਿਟ ਹੈ, ਕੁਝ ਕਾਮਨ ਕੱਢਣ ਦੀ ਜ਼ਰੂਰਤ ਨਹੀਂ, ਸਿਰਫ ਇਹਨੂੰ ਕੰਪਲੀਟ ਸਕੁਆਇਰ ਬਣਾਈਏ। ਕੰਪਲੀਟ ਸਕੁਆਇਰ ਬਣਾਉਣ ਵਾਸਤੇ ਕੀ ਕਰੀਦਾ, x ਸਕੁਆਇਰ ਇਹਨੂੰ 2 ਨਾਲ ਮਲਟੀਪਲਾਈ ਤੇ ਡਿਵਾਈਡ, x ਵਾਲੇ ਟਰਮ 2 ਨਾਲ ਮਲਟੀਪਲਾਈ ਡਿਵਾਈਡ ਕਰਤਾ। ਹੁਣ ਇੱਥੇ ਬਣ ਗਿਆ ਆ b ਦੀ ਵੈਲਿਊ ਆ ਗਈ ਸਾਡੇ ਕੋਲੇ 3/2। ਇਹਦਾ ਅਸੀਂ ਸਕੁਆਇਰ ਜੋੜ ਦਿਆਂਗੇ ਤੇ ਇਸ ਨੂੰ ਇਸੇ ਘਟਾ ਦਿਆਂਗੇ, ਆ 2 ਐਵੇਂ। ਹੁਣ ਇਹ ਬਣ ਗਿਆ a - b ਹੋਲ ਸਕੁਆਇਰ, ਤਾਂ x - 3/2 ਦਾ ਹੋਲ ਸਕੁਆਇਰ ਹੋ ਗਿਆ। ਆ 2 - 9/4 ਬਣ ਗਿਆ। ਇੱਥੇ ਐਲਸੀਐਮ ਲਵਾਂਗੇ, 4 ਐਲਸੀਐਮ ਆਏਗਾ ਤੇ ਹੋ ਜਾਏਗਾ 8 - 9/4, ਯਾਨੀ -1/4 ਹੋ ਜਾਏਗਾ। ਤੇ -1/4 ਕਦੇ ਹੋਏਗਾ -1/2 ਦਾ ਹੋਲ ਸਕੁਆਇਰ ਹੋ ਜਾਏਗਾ। ਠੀਕ ਹੈ। ਹੁਣ ਇਹ ਬਣ ਗਿਆ x ਸਕੁਆਇਰ ਮਾਈਨਸ a ਸਕੁਆਇਰ ਦਾ ਸਕੁਆਇਰ ਰੂਟ, ਇਹਦੀ ਵੈਲਿਊ ਹੁੰਦੀ ਹੈ log x ਪਲੱਸ ਆਹ ਬ੍ਰੈਕਟ ਐਵੇਂ ਜਿਵੇਂ। ਠੀਕ ਹੈ ਕਿ ਇਹ ਤਾਂ ਤੁਹਾਨੂੰ ਯਾਦ ਆ ਨਾ, ਇੱਥੇ ਫਾਰਮੂਲੇ ਕੀ ਲਿਖੇ ਸੀਗੇ, log x ਪਲੱਸ ਆਹ ਬ੍ਰੈਕਟ ਤੇ ਪਲੱਸ ਵਾਲਾ ਤਾਂ ਵੀ, ਜੇ ਮਾਈਨਸ ਵਾਲਾ ਤਾਂ ਵੀ, ਆ ਐਵੇਂ ਜਿਵੇਂ ਜਿਹੜਾ ਹੈਗਾ ਸਕੁਆਇਰ ਰੂਟ ਵਾਲਾ ਟਰਮ ਇੱਥੇ ਐਵੇਂ ਜਿਵੇਂ ਆ ਜਾਂਦਾ ਜਿਹੜਾ ਇੱਥੇ ਸੀ ਉਹ। ਠੀਕ ਹੈ ਨਾ। ਤਾਂ ਅਸੀਂ ਸਕੁਆਇਰ ਰੂਟ ਵਾਲਾ ਟਰਮ ਆ ਸਾਰਾ ਐਵੇਂ ਜਿਵੇਂ ਲਿਖ ਲਿਆ, x ਦੀ ਵੈਲਿਊ ਸਾਡੇ ਕੋਲੇ ਆ ਹੈ, ਉਹਦੇ ਥਾਂ ਤੇ ਆ ਲਿਖ ਲਿਆ ਸੀ। ਠੀਕ ਹੈ ਕਿ ਹੁਣ ਇਹ ਕੀ ਦੀ ਵੈਲਿਊ ਸੀ, ਇਹਨੂੰ ਹੁਣ ਦੁਬਾਰਾ ਸਾਰਾ ਸੋਲਵ ਕਰਨ ਦੀ ਜ਼ਰੂਰਤ ਨਹੀਂ, ਐਲਸੀਐਮ ਵਗੈਰਾ ਲੈ ਕੇ ਸੋਲਵ ਕਰਨ ਦੀ ਜ਼ਰੂਰਤ ਨਹੀਂ। ਇਹ ਕਾਹਦੀ ਵੈਲਿਊ ਅਸੀਂ ਕੱਢੀ ਸੀ, ਦੇਖੋ ਐਸੇ ਨੂੰ ਅਸੀਂ ਸੋਲਵ ਕਰਦੇ ਕਰਦੇ ਆਏ ਸੀ ਤੇ ਆਹ ਬਣਿਆ ਸੀਗਾ, ਆਹ ਚੀਜ਼ ਬਣੀ ਸੀ। ਤਾਂ ਇਹਦੀ ਥਾਂ ਤੇ ਅਸੀਂ ਸਿੱਧਾ ਹੀ ਆਹ ਵਾਲੀ ਚੀਜ਼ ਦੁਬਾਰਾ ਲਿਖ ਸਕਦੇ ਹਾਂ। ਦੇਖੋ ਇਹਨੂੰ ਸੋਲਵ ਕਰਦੇ ਕਰਦੇ ਅਸੀਂ ਆਏ ਸੀ ਤੇ ਉਹਦੇ ਤੋਂ ਹੀ ਬਣਿਆ ਸੀ ਇਹ x - 3/2 ਦਾ ਹੋਲ ਸਕੁਆਇਰ -1/2। ਤੇ ਅਸਲ 'ਚ ਕਿਹਦੀ ਵੈਲਿਊ ਹੈ, ਐਸੇ ਦੀ ਵੈਲਿਊ, ਤੇ ਅਸੀਂ ਉਹਦੀ ਜਗ੍ਹਾ ਤੇ ਦੁਬਾਰਾ ਉਹੀ ਵੈਲਿਊ ਲਿਖ ਸਕਦੇ ਹਾਂ। ਠੀਕ ਹੈ ਜੀ। ਨੈਕਸਟ ਹੈ ਇੰਟੀਗਰਲ ਆਫ 1/√of 9 + 8x - x ਸਕੁਆਇਰ। ਹੁਣ ਇਹ 'ਚ x ਸਕੁਆਇਰ ਵਾਲਾ ਟਰਮ ਨੈਗੇਟਿਵ ਹੈ, ਪਹਿਲਾਂ ਤਾਂ ਮਾਈਨਸ ਕਾਮਨ ਕੱਢਿਆ ਜਾਏਗਾ। x ਸਕੁਆਇਰ ਉਲਟ ਜਾਣਗੇ ਸਾਈਨ, x ਸਕੁਆਇਰ ਪੋਜ਼ੀਟਿਵ ਹੋ ਜਾਏਗਾ, 8x ਜਿਹੜਾ ਪੋਜ਼ੀਟਿਵ ਸੀ ਨੈਗੇਟਿਵ ਹੋ ਜਾਏਗਾ, 9 ਪੋਜ਼ੀਟਿਵ ਸੀ ਨੈਗੇਟਿਵ ਹੋ ਜਾਏਗਾ। ਹੁਣ ਇਹਨੂੰ ਕੰਪਲੀਟ ਸਕੁਆਇਰ ਬਣਾਵਾਂਗੇ, x ਸਕੁਆਇਰ ਇਹਨੂੰ 2 ਨਾਲ ਮਲਟੀਪਲਾਈ ਬਾਈ 2 ਨਾਲ ਮਲਟੀਪਲਾਈ ਕਰਾਂਗੇ ਤਾਂ 2, ਤੇ ਜਦੋਂ 2 ਨਾਲ ਡਿਵਾਈਡ ਕਰਾਂਗੇ ਤਾਂ 8/2 ਆ ਜਿਹੜਾ 4 ਹੋ ਜਾਏਗਾ, ਜਾਂ ਸਿੱਧਾ ਹੀ ਆ ਚੁੱਕ ਲਓ ਵੀ 2 ਬਾਹਰ ਕੱਢ ਲੈਣਾ, 2 × 4x ਹੋਊਗਾ, ਹੈ ਨਾ। ਤੇ ਹੁਣ ਆ 4 ਦਾ ਅਸੀਂ ਸਕੁਆਇਰ ਜੋੜ ਦਿਆਂਗੇ ਤੇ 4 ਦਾ ਸਕੁਆਇਰ ਹੀ ਘਟਾ ਲੈਣਾ। ਠੀਕ ਹੈ। ਤੇ 9 ਐਵੇਂ ਜਿਵੇਂ ਹੈ। ਇਹ ਹੁਣ ਕੀ ਬਣ ਗਿਆ, a - b ਦਾ ਹੋਲ ਸਕੁਆਇਰ, ਯਾਨੀ x - 4 ਦਾ ਹੋਲ ਸਕੁਆਇਰ, ਤੇ -9 ਤੇ -16 -25 ਹੋ ਗਏ। ਤੇ ਹੁਣ ਇਹਨੂੰ ਮਾਈਨਸ ਨੂੰ ਦੁਬਾਰਾ ਅੰਦਰ ਲੈ ਜਾਣਾ ਸੀ,
ਮਾਈਨਸ ਨੂੰ ਦੁਬਾਰਾ ਅੰਦਰ ਜਾਵਾਂਗੇ ਤਾਂ 25 ਤਾਂ ਪੋਜ਼ਿਟਿਵ ਹੋ ਜਾਏਗਾ। ਆ ਜਿਹੜਾ ਸਕੁਆਇਰ ਵਾਲਾ ਟਰਮ ਹੈ ਇਹ ਨੈਗੇਟਿਵ ਹੋ ਜਾਏਗਾ। ਇਹ ਹੋ ਗਿਆ 5 ਦਾ ਸਕੁਆਇਰ ਮਾਈਨਸ x ਮਾਈਨਸ 4 ਦਾ ਹੋਲ ਸਕੁਆਇਰ। ਇਹ ਬਣ ਗਿਆ a ਸਕੁਆਇਰ ਮਾਈਨਸ x ਸਕੁਆਇਰ, ਯਾਨੀ ਸਾਈਨ ਇਨਵਰਸ ਦਾ ਫਾਰਮੂਲਾ ਸਾਈਨ ਇਨਵਰਸ x ਅਪੋਨ a ਪਲੱਸ c ਇਹਦਾ ਆਨਸਰ ਆ। ਠੀਕ ਹੈ ਜੀ। ਨੈਕਸਟ ਹੈਗਾ ਸਕੁਆਇਰ ਰੂਟ ਆਫ 1 ਅਪੋਨ ਸਕੁਆਇਰ ਰੂਟ ਆਫ x ਇੰਟੂ 1 ਮਾਈਨਸ 2x dx। x ਨੂੰ ਅੰਦਰ ਕਰ ਦਿਓ ਮਲਟੀਪਲਾਈ, x ਇੰਟੂ ਮਾਈਨਸ 2x ਹੋ ਗਿਆ। ਇਹਦੇ 'ਚੋਂ ਵੀ ਉਸੇ ਤਰ੍ਹਾਂ, ਕਿਉਂਕਿ x ਸਕੁਆਇਰ ਦਾ ਟਰਮ ਸਾਨੂੰ ਪੋਜ਼ੀਟਿਵ, x ਸਕੁਆਇਰ ਵਾਲਾ ਟਰਮ ਪੋਜ਼ੀਟਿਵ ਵੀ ਚਾਹੀਦਾ ਅਤੇ ਨਾਲ ਦੀ ਨਾਲ ਇਹਦਾ ਜਿਹੜਾ ਕੋਫੀਸ਼ੀਐਂਟ ਆ 1 ਵੀ ਹੋਣਾ ਚਾਹੀਦਾ। ਅਸੀਂ -2 ਕਾਮਨ ਕੱਢ ਲਿਆ, ਇੱਥੇ ਬਚਿਆ x ਸਕੁਆਇਰ, ਇਹਦਾ ਸਾਈਨ ਵੀ ਚੇਂਜ ਹੋ ਗਿਆ, ਨਾਲੇ 2 ਨਾਲ ਡਿਵਾਈਡ ਵੀ ਹੋ ਗਿਆ 1/2x। ਠੀਕ ਹੈ ਨਾ। ਇਹਨੂੰ ਹੁਣ ਕੰਪਲੀਟ ਸਕੁਆਇਰ ਬਣਾਉਣ ਵਾਸਤੇ ਕੀ ਕਰਾਂਗੇ, 2 ਨਾਲ ਮਲਟੀਪਲਾਈ ਅਤੇ ਡਿਵਾਈਡ, ਯਾਨੀ 2 ਇੰਟੂ 1/4 ਹੋ ਜਾਏਗਾ x, ਅਤੇ 1/4 ਦਾ ਸਕੁਆਇਰ ਜੋੜਤਾ ਅਤੇ ਘਟਾਤਾ, ਉਹ ਨਾਲ ਕਰਨਾ। ਹੁਣ ਇਹ ਬਣ ਗਿਆ x ਸਕੁਆਇਰ ਮਾਈਨਸ 2a ਸਕੁਆਇਰ ਮਾਈਨਸ 2ab ਪਲੱਸ b ਸਕੁਆਇਰ। ਠੀਕ ਹੈ ਜੀ। ਅਤੇ ਬਣ ਗਿਆ x ਮਾਈਨਸ a ਮਾਈਨਸ b ਦਾ ਹੋਲ ਸਕੁਆਇਰ ਮਾਈਨਸ ਆ ਚੀਜ਼ ਬਚੀ ਸਾਡੇ ਕੋਲ, ਇਹ ਹੈਗੀ ਹੈ 1/4 ਦਾ। ਠੀਕ ਹੈ ਨਾ। ਇਹਦੇ 'ਚੋਂ ਅਸੀਂ ਆ 2 ਨੂੰ ਬਾਹਰ ਕੱਢ ਲਿਆ, ਮਾਈਨਸ ਨੂੰ ਅੰਦਰੇ ਮਾਈਨਸ ਨਹੀਂ ਕਦੇ ਬਾਹਰ ਕੱਢ ਸਕਦੇ, ਖਿਆਲ ਰੱਖਣਾ। ਇੱਥੇ -2 ਨਹੀਂ ਕੱਢਣਾ ਸੀ, ਅਸੀਂ ਇਕੱਲਾ ਹੀ 2 ਬਾਹਰ ਕੱਢਣਾ। 2 ਬਾਹਰ ਕੱਢਾਂਗੇ ਤਾਂ ਸਕੁਆਇਰ ਰੂਟ ਆਫ 2 ਬਾਹਰ ਜਾਏਗਾ। ਆ ਮਾਈਨਸ ਨੂੰ ਇੱਥੇ ਰੱਖਾਂਗੇ ਨਾ, ਦੁਬਾਰਾ ਅੰਦਰ ਅਸੀਂ ਮਲਟੀਪਲਾਈ ਕਰਾਂਗੇ, ਜਿਵੇਂ ਇਹਦੇ 'ਚ ਵੀ ਤਾਂ ਕੀਤਾ ਸੀ ਨਾ। ਆ ਮਾਈਨਸ ਇੱਥੇ ਹੀ ਰੱਖਿਆ ਸੀ, ਦੁਬਾਰਾ ਇਹਨੂੰ ਮਲਟੀਪਲਾਈ ਕਰਕੇ a ਸਕੁਆਇਰ ਮਾਈਨਸ x ਸਕੁਆਇਰ ਬਣਾ ਲਿਆ। ਉਸੇ ਤਰੀਕੇ ਨਾਲ ਇੱਥੇ ਬਣੇਗਾ, ਮਾਈਨਸ ਬਾਹਰ ਹੈ, ਇਸ ਵੇਲੇ ਇਹ x ਸਕੁਆਇਰ ਮਾਈਨਸ a ਸਕੁਆਇਰ ਹੈ। ਜਦੋਂ ਅਸੀਂ ਮਾਈਨਸ ਨੂੰ ਅੰਦਰ ਮਲਟੀਪਲਾਈ ਕਰਾਂਗੇ ਤਾਂ a ਸਕੁਆਇਰ ਪੋਜ਼ੀਟਿਵ ਹੋ ਜਾਏਗਾ, x ਸਕੁਆਇਰ ਨੈਗੇਟਿਵ ਹੋ ਜਾਏਗਾ, ਤਾਂ a ਸਕੁਆਇਰ ਮਾਈਨਸ x ਸਕੁਆਇਰ। ਠੀਕ ਹੈ। ਫਾਰਮੂਲਾ ਕੀ ਬਣਿਆ ਹੁਣ, ਇਹ ਸਾਈਨ ਇਨਵਰਸ x ਵਾਲਾ, ਤਾਂ ਸਾਈਨ ਇਨਵਰਸ x ਅਪੋਨ a, ਉੱਪਰ ਐਲਸੀਐਮ ਲੈ ਲਾਂਗੇ, 4x ਮਾਈਨਸ 1/4 ਹੋ ਜਾਏਗਾ, 4 ਨਾਲ 4 ਕੈਂਸਲ ਹੋ ਜਾਏਗਾ, ਤਾਂ 4x ਮਾਈਨਸ 1/1 ਆ ਜਾਏਗਾ। ਇਹ 1 ਨੂੰ ਛੱਡ ਦੇਂਗੇ ਅਸੀਂ, 4x ਮਾਈਨਸ 1 ਹੋ ਜਾਏਗਾ। ਆ ਸਾਡਾ ਆਨਸਰ। ਇਸੇ ਤਰੀਕੇ ਨਾਲ ਨੈਕਸਟ ਪਾਰਟ, ਇਹਦੇ 'ਚੋਂ ਅਸੀਂ ਕੀ ਕਰਾਂਗੇ, ਪਹਿਲਾਂ 2 ਕਾਮਨ, x ਸਕੁਆਇਰ ਦਾ ਕੋਫੀਸ਼ੀਐਂਟ 1 ਕਰਨ ਵਾਸਤੇ 2 ਕਾਮਨ ਕੱਢਿਆ, ਉਹਨੂੰ ਬਾਹਰ ਲੈ ਸਕੁਆਇਰ ਰੂਟ ਆਫ 2 ਬਾਹਰ। ਠੀਕ ਹੈ ਨਾ। ਫਿਰ ਆਹ ਚੀਜ਼ ਬਣੀ, ਇਹਨੂੰ ਅਸੀਂ ਉਸੇ ਤਰੀਕੇ ਨਾਲ ਕੰਪਲੀਟ ਸਕੁਆਇਰ ਬਣਾਇਆ ਸਾਰਾ, ਕੀ ਕਰ ਚੁੱਕੇ ਹਾਂ ਕਈ ਵਾਰੀ, ਸੋ ਵਾਰੀ ਇਹਨੂੰ ਡਿਸਕਸ ਨਾ ਕਰੀਏ ਆਪਾਂ। ਇਹ ਬਣ ਗਿਆ x ਸਕੁਆਇਰ ਮਾਈਨਸ a ਸਕੁਆਇਰ, ਫਾਰਮੂਲਾ ਲਾਤਾ log x ਪਲੱਸ ਆਹੀ ਸਾਰਾ ਬ੍ਰੈਕਟ। ਠੀਕ ਹੈ। ਅਤੇ ਇਹਦੀ ਜਿਹੜੀ ਵੈਲਿਊ ਹੈ ਉਹ 'ਚੋਂ ਆਪਾਂ 2 ਬਾਹਰ ਕੱਢ ਚੁੱਕੇ ਹਾਂ, ਖਿਆਲ ਰੱਖਣਾ। 2 ਅਸੀਂ ਇਹਦਾ ਬਾਹਰ ਕੱਢਿਆ, ਤਾਂ ਆਹੀ ਰੱਖਣਾ ਪਏਗਾ ਸਾਨੂੰ। ਠੀਕ ਹੈ। ਆਹ ਚੀਜ਼ ਅਸੀਂ ਇੱਕ ਵਾਰੀ ਲਿਖ ਲਾਂਗੇ, ਨੈਕਸਟ ਟਾਈਮ ਅਸੀਂ ਆਹ ਲਿਖਾਂਗੇ, ਕਿਉਂਕਿ ਇਹਦੇ 'ਚੋਂ 2 ਬਾਹਰ ਕੱਢ ਚੁੱਕੇ ਹਾਂ। ਠੀਕ ਹੈ ਨਾ। 2 ਤਾਂ ਪਿਆ ਬਾਹਰ ਨਿਕਲਿਆ, ਤਾਂ ਆਹ ਚੀਜ਼ ਬਚੇਗੀ ਸਾਡੀ। ਠੀਕ ਹੈ। ਜੇ ਤਾਂ 2 ਵੀ ਅੰਦਰ ਹੀ ਹੁੰਦਾ ਫਿਰ ਤਾਂ ਆਹ ਲਿਖ ਸਕਦੇ ਸੀ ਅਸੀਂ। ਹੁਣ ਇਹ 2 ਤਾਂ ਹੈਗਾ ਬਾਹਰ ਕੱਢ ਲਿਆ ਸੀ, ਇਹਨੂੰ ਅਸੀਂ ਫਿਰ ਇਹਦੀ ਵੈਲਿਊ ਆਹ ਲਿਖਾਂਗੇ। ਠੀਕ। ਸੋ ਇਹ ਸਾਡਾ ਆਨਸਰ। ਨੈਕਸਟ ਸਾਡੇ ਕੋਲ ਇਵੈਲੂਏਟ ਇੰਟੀਗਰਲ ਆਫ 1 ਅਪੋਨ ਸਕੁਆਇਰ ਰੂਟ ਆਫ x ਸਕੁਆਇਰ ਮਾਈਨਸ 4x ਪਲੱਸ 2 dx। ਅਸੀਂ ਉਸੇ ਤਰੀਕੇ ਨਾਲ ਹੇਠਾਂ ਕੰਪਲੀਟ ਸਕੁਆਇਰ ਬਣਾਵਾਂਗੇ। ਤਾਂ ਕੀ ਕਰਿਆ, x ਸਕੁਆਇਰ ਮਾਈਨਸ 2 ਨਾਲ ਮਲਟੀਪਲਾਈ ਡਿਵਾਈਡ ਕਰਤਾ, ਜਾਂ ਕਹਿ ਲਓ 2 ਦੇ ਵਿੱਚ 4 ਦੇ ਵਿੱਚੋਂ 2 ਬਾਹਰ ਕਰ ਲਿਆ, ਤਾਂ ਇੱਥੇ ਹੁਣ 2 ਆ ਗਿਆ, 2 ਦੇ ਸਕੁਆਇਰ ਜੋੜਤਾ ਅਤੇ ਘਟਾਤਾ ਪਲੱਸ 2, ਆ ਜਿਹੜਾ 2 ਸੀਗਾ ਹੈ ਨਾ। ਅਤੇ ਆਹ ਚੀਜ਼ ਇੰਨੀ ਕੀ ਬਣ ਗਈ ਹੁਣ, a ਸਕੁਆਇਰ ਮਾਈਨਸ 2ab ਪਲੱਸ b ਸਕੁਆਇਰ ਬਣ ਗਿਆ, ਅਤੇ ਹੁਣ ਬਣ ਗਿਆ x ਮਾਈਨਸ 2 ਦਾ ਹੋਲ ਸਕੁਆਇਰ, ਅਤੇ -4 ਪਲੱਸ 2a ਮਾਈਨਸ 2 ਬਣ ਗਿਆ। ਇਹ ਹੁਣ ਬਣ ਗਿਆ x ਸਕੁਆਇਰ ਮਾਈਨਸ a ਸਕੁਆਇਰ, ਆ ਜਿਹੜਾ 2 ਹੈ ਸਕੁਆਇਰ ਰੂਟ ਆਫ 2 ਦਾ ਹੋਲ ਸਕੁਆਇਰ ਹੋਏਗਾ। ਠੀਕ ਹੈ। ਤਾਂ ਹੁਣ ਇਹ ਬਣ ਗਿਆ x ਸਕੁਆਇਰ ਮਾਈਨਸ a ਸਕੁਆਇਰ, ਤਾਂ ਇਹਦੀ ਵੈਲਿਊ ਹੁੰਦੀ ਹੈ log x ਪਲੱਸ ਸਕੁਆਇਰ ਰੂਟ ਆਫ s ਚੀਜ਼ ਦਾ ਆ ਜਾਏਗਾ ਨਾ। ਅਤੇ ਆਹ ਕਾਹਦੀ ਵੈਲਿਊ ਸੀ, ਇਹ ਤੁਸੀਂ ਦੇਖ ਲਓ, ਇਹਦੀ ਵੈਲਿਊ ਸੀ, ਤਾਂ ਅਸੀਂ ਇੱਥੇ ਸਕੁਆਇਰ ਰੂਟ ਆਫ ਉਹੀ ਚੀਜ਼ ਇੱਥੇ ਲਿਖਤੀ, ਇਹ ਸਾਡਾ ਆਨਸਰ ਹੈ। ਠੀਕ ਹੈ ਜੀ। ਸੋ ਇਸੇ ਦੇ ਨਾਲ ਦੀ ਤੁਹਾਨੂੰ ਐਕਸਰਸਾਈਜ਼ ਇੱਥੇ ਦੇਤੀ ਹੈ, ਇਹ ਸਾਰੇ ਕੁਐਸਚਨ ਤੁਸੀਂ ਕਰਕੇ ਦੇਖ ਲਿਓ। ਸੇਮ ਉਸੇ ਜਿਹੜੀ ਪਿਛਲੀ ਫਾਰਮ ਆ ਸਾਡੇ ਉਹਦੇ ਵਰਗੇ ਕੁਐਸਚਨ ਨੇ, ਬਸ ਇੱਥੇ ਸਕੁਆਇਰ ਰੂਟ ਹੈ, ਅਤੇ ਸਕੁਆਇਰ ਰੂਟ ਵਾਲੇ ਫਾਰਮੂਲੇ ਲੱਗਣਗੇ, ਉੱਥੇ ਬਿਨਾਂ ਸਕੁਆਇਰ ਰੂਟ ਨਹੀਂ ਸੀਗਾ, ਸਕੁਆਇਰ ਰੂਟ ਤਾਂ ਬਿਨਾਂ ਸਕੁਆਇਰ ਰੂਟ ਵਾਲੇ ਫਾਰਮੂਲੇ ਲੱਗਦੇ ਸੀ। ਬਸ ਇੱਥੇ ਕਾਮਨ ਕੱਢਣ ਵੇਲੇ ਥੋੜ੍ਹਾ ਜਿਹਾ ਖਿਆਲ ਰੱਖਣਾ ਵੀ ਜਦੋਂ ਅਸੀਂ ਇੱਥੋਂ ਕੁਝ ਕਾਮਨ ਕਰਨਾ ਤਾਂ ਸਕੁਆਇਰ ਰੂਟ ਵੀ ਨਾਲ ਜਾਏਗਾ। ਠੀਕ ਹੈ। ਸੋ ਇਹ ਛੋਟੀਆਂ ਗੱਲਾਂ ਦਾ ਪਿਛਲੇ ਸਵਾਲਾਂ ਨਾਲ ਡਿਫਰੈਂਸ ਨੋਟ ਕਰਕੇ ਅਤੇ ਇਹਦੇ ਨਾਲ ਰਿਲੇਟਡ ਆ ਐਕਸਰਸਾਈਜ਼ ਦੇ ਵਿੱਚੋਂ ਕੁਐਸਚਨ ਤੁਸੀਂ ਕਰ ਲੈਣੇ ਆ, ਤਾਂ ਕਿ ਤੁਹਾਨੂੰ ਇਹ ਜਿਹੜਾ ਕੀਤਾ ਹੋਇਆ ਕੰਮ ਚੰਗੀ ਤਰ੍ਹਾਂ ਸਮਝ ਲੱਗ ਜਾਏ।
ਨੈਕਸਟ ਸਾਡੇ ਕੋਲ ਇੰਟੀਗਰਲ ਰਿਡਿਊਸਿਬਲ ਟੂ ਦਾ ਫਾਰਮ। ਇਸ ਫਾਰਮ ਦੇ ਵਿੱਚ ਰਿਡਿਊਸ ਹੋਣ ਵਾਲੀਆਂ ਜਿਹੜੀਆਂ ਸਾਡੇ ਕੋਲ ਇੰਟੀਗਰਲ ਆ ਉਹਨਾਂ ਨੂੰ ਅਸੀਂ ਕਿਵੇਂ ਕਰਨਾ ਹੈ, ਜਿਵੇਂ ਹੈ ਨਹੀਂਗੇ ਉਸ ਟਾਈਪ ਦੇ ਪਰ ਉਹਦੇ ਵਿੱਚ ਰਿਡਿਊਸ ਹੋ ਜਾਣਗੇ। ਜਿਵੇਂ ਆਹ ਕੁਐਸਚਨ ਹੈ e ਟੂ ਦਾ ਪਾਵਰ x ਸਕੁਆਇਰ ਰੂਟ ਆਫ 4 ਮਾਈਨਸ e ਟੂ ਦਾ ਪਾਵਰ 2x, ਤਾਂ e ਟੂ ਦਾ ਪਾਵਰ x ਨੂੰ ਅਸੀਂ t ਲੈ ਲਾਂਗੇ ਤਾਂ ਆ ਬਣ ਜਾਊਗਾ ਉੱਪਰ dt, ਤਾਂ 1/4 ਮਾਈਨਸ t ਸਕੁਆਇਰ ਆ ਜਾਊਗਾ। ਠੀਕ ਹੈ ਜੀ, ਤਾਂ ਉਹੀ ਸਾਨੂੰ ਚਾਹੀਦਾ ਹੁੰਦਾ। 4 ਨੂੰ ਅਸੀਂ ਲਿਖ ਲਾਂਗੇ 2 ਦਾ ਸਕੁਆਇਰ ਮਾਈਨਸ t ਸਕੁਆਇਰ ਹੋ ਜਾਏਗਾ, ਤਾਂ ਸਕੁਆਇਰ ਰੂਟ ਆਫ a ਸਕੁਆਇਰ ਮਾਈਨਸ x ਸਕੁਆਇਰ ਵਾਲਾ ਫਾਰਮੂਲਾ ਇਹ ਬਣ ਗਿਆ। a ਸਕੁਆਇਰ ਮਾਈਨਸ x ਸਕੁਆਇਰ ਕਹਿੰਦਾ ਸਾਈਨ ਇਨਵਰਸ ਵਾਲਾ ਫਾਰਮੂਲਾ, ਤਾਂ ਸਾਈਨ ਇਨਵਰਸ t/2 t ਦੀ ਵੈਲਿਊ ਪੁੱਟ ਕਰਕੇ ਆਨਸਰ ਆ ਗਿਆ। ਐਸੇ ਤਰੀਕੇ ਨਾਲ ਇੱਥੇ ਹੁਣ x ਸਕੁਆਇਰ ਹੈ, x ਸਕੁਆਇਰ ਕਾਹਦਾ ਡਿਫਰੈਂਸ਼ੀਅਲ ਹੁੰਦਾ x ਕਿਊਬ ਦਾ ਹੁੰਦਾ ਹੈ ਨਾ, ਤਾਂ x ਕਿਊਬ ਨੂੰ ਅਸੀਂ t ਲੈ ਲਾਂਗੇ। x ਕਿਊਬ ਨੂੰ t ਲਵਾਂਗੇ ਤਾਂ ਇੱਥੇ ਬਣ ਜਾਊਗਾ t ਸਕੁਆਇਰ। ਠੀਕ ਹੈ ਜੀ, ਤਾਂ ਅਸੀਂ x ਕਿਊਬ ਦੀ ਵੈਲਿਊ t ਲੈ ਲਈ, 3x ਸਕੁਆਇਰ dx dt ਆ ਜਾਊਗਾ, x ਸਕੁਆਇਰ dx dt/3 ਹੋ ਜਾਊਗਾ। ਤਾਂ ਇੱਥੇ ਤਾਂ ਆ ਗਿਆ ਇਸ ਦੀ ਥਾਂ ਤੇ dt/3, ਇੱਥੇ ਬਣਿਆ 1 ਮਾਈਨਸ ਆ t ਦਾ ਸਕੁਆਇਰ ਬਣ ਜਾਊਗਾ ਕਿਉਂਕਿ x ਕਿਊਬ ਦੀ ਵੈਲਿਊ ਅਸੀਂ t ਲਈ ਹੈ, ਤਾਂ x ਕਿਊਬ ਦਾ ਇਹ ਸਕੁਆਇਰ ਹੈ ਤਾਂ ਇਹ t ਦਾ ਸਕੁਆਇਰ ਹੋ ਜਾਏਗਾ। ਤਾਂ ਹੁਣ ਇਹ 1 ਮਾਈਨਸ t ਸਕੁਆਇਰ ਉਹੀ a ਸਕੁਆਇਰ ਮਾਈਨਸ x ਸਕੁਆਇਰ ਵਾਲਾ ਫਾਰਮੂਲਾ ਯਾਨੀ ਸਾਈਨ ਇਨਵਰਸ ਬਣ ਜਾਏਗਾ, ਸਾਈਨ ਇਨਵਰਸ t/1 ਯਾਨੀ ਸਾਈਨ ਇਨਵਰਸ t ਹੋ ਜਾਏਗਾ। t ਦੀ ਵੈਲਿਊ ਅਸੀਂ ਦੁਬਾਰਾ ਪੁੱਟ ਕਰ ਦਿੰਦੇ ਹਾਂ x। ਠੀਕ ਹੈ ਨਾ, ਇੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ tan ਦਾ ਡਿਫਰੈਂਸ਼ੀਅਲ sec ਸਕੁਆਇਰ x ਹੁੰਦਾ। ਠੀਕ ਹੈ ਨਾ, tan x ਦਾ ਡਿਫਰੈਂਸ਼ੀਏਸ਼ਨ sec ਸਕੁਆਇਰ x ਹੁੰਦਾ, ਤਾਂ tan x ਨੂੰ ਅਸੀਂ t ਲੈ ਤਾਂ sec ਸਕੁਆਇਰ x dx dt, ਤਾਂ dt ਅਪੋਨ ਸਕੁਆਇਰ ਰੂਟ ਆਫ 4 ਸਕੁਆਇਰ ਪਲੱਸ t ਸਕੁਆਇਰ ਬਣ ਜਾਏਗਾ tan ਦੀ ਥਾਂ ਤੇ ਉਹੀ ਬਣ ਗਿਆ a ਕਿਊਬ a ਸਕੁਆਇਰ ਪਲੱਸ x ਸਕੁਆਇਰ ਦਾ ਸਕੁਆਇਰ ਰੂਟ ਵਾਲਾ ਫਾਰਮੂਲਾ ਯਾਨੀ log x ਪਲੱਸ ਸਕੁਆਇਰ ਰੂਟ ਆਫ a ਸਕੁਆਇਰ ਪਲੱਸ x ਸਕੁਆਇਰ। t ਦੀ ਵੈਲਿਊ ਦੁਆਰਾ ਤੋਂ ਅਸੀਂ ਸਬਸਟੀਟਿਊਟ ਕਰ ਦਾਂਗੇ, ਸਾਡਾ ਆਨਸਰ ਆ ਜਾਏਗਾ। ਨੈਕਸਟ ਆ ਸਾਡੇ ਕੋਲ ਇੰਟੀਗਰਲ ਆਫ 1/x ਸਕੁਆਇਰ ਰੂਟ ਆਫ log x ਦਾ ਹੋਲ ਸਕੁਆਇਰ ਮਾਈਨਸ 5। ਹੁਣ ਤੁਹਾਨੂੰ ਨਜ਼ਰ ਆ ਰਿਹਾ log x ਦਾ ਡਿਫਰੈਂਸ਼ੀਅਲ 1/x dx ਹੁੰਦਾ, ਤਾਂ log x ਇਕੁਅਲ ਟੂ ਅਸੀਂ ਫਿਰ t ਲੈ ਲਾਂਗੇ, log x ਇਕੁਅਲ ਟੂ t dx/x ਜਾਂ 1/x dx ਇਕੁਅਲ ਟੂ dt ਹੋ ਗਿਆ। ਤਾਂ ਇਹ ਸਾਰੇ ਦੀ ਥਾਂ ਤੇ dt ਆ ਅਪੋਨ t ਸਕੁਆਇਰ ਮਾਈਨਸ 5, ਤੇ t ਸਕੁਆਇਰ ਤਾਂ ਠੀਕ ਹੈ, 5 ਕਾਹਦਾ ਸਕੁਆਇਰ ਹੈ ਸਕੁਆਇਰ ਰੂਟ ਆਫ 5 ਦਾ ਸਕੁਆਇਰ ਹੈ, ਤਾਂ t ਮਾਈਨਸ ਸਕੁਆਇਰ ਰੂਟ ਆਫ 5 ਦਾ ਹੋਲ ਸਕੁਆਇਰ, ਤੇ ਬਣ ਗਿਆ x ਸਕੁਆਇਰ ਮਾਈਨਸ a ਸਕੁਆਇਰ, ਤੇ ਇਹਦੀ ਵੈਲਿਊ ਹੁੰਦੀ ਹੈ log x ਪਲੱਸ ਸਕੁਆਇਰ ਰੂਟ ਆਫ x ਸਕੁਆਇਰ ਮਾਈਨਸ a ਸਕੁਆਇਰ ਪਲੱਸ c। ਹੁਣ ਇੱਥੇ t ਦੀ ਥਾਂ ਤੇ ਵੈਲਿਊ ਦੁਬਾਰਾ ਪੁੱਟ ਕਰ ਦਿਆਂਗੇ ਤੇ ਆ ਜਾਊਗਾ log x, ਇੱਥੇ ਵੀ log x ਆ ਜਾਊਗਾ, ਇਹੀ ਸਾਡਾ ਆਨਸਰ। ਨੈਕਸਟ ਹੈ ਸਾਡੇ ਕੋਲ ਐਗਜ਼ਾਮਪਲ 75। ਇਹਦੇ ਵਿੱਚ ਫਸਟ ਪਾਰਟ ਹੈ ਇੰਟੀਗਰਲ ਆਫ a ਟੂ ਦਾ ਪਾਵਰ x ਸਕੁਆਇਰ ਰੂਟ ਆਫ 1 ਪਲੱਸ a ਟੂ ਦਾ ਪਾਵਰ 2x। ਤਾਂ ਇਹਦੇ 'ਚ ਆਪਾਂ ਕੀ ਕਰਾਂਗੇ, a ਟੂ ਦਾ ਪਾਵਰ x ਨੂੰ ਅਸੀਂ t ਲੈ ਲਾਂਗੇ, ਤਾਂ a ਟੂ ਦਾ ਪਾਵਰ x ਇਕੁਅਲ ਟੂ t, ਤਾਂ a ਟੂ ਦਾ ਪਾਵਰ x log a d, ਇਹਨੂੰ ਡਿਫਰੈਂਸ਼ੀਏਟ ਕਰਾਂਗੇ ਤਾਂ ਇਹਦੇ ਡਿਫਰੈਂਸ਼ੀਏਸ਼ਨ ਹੁੰਦਾ a ਟੂ ਦਾ ਪਾਵਰ x log a dx। ਠੀਕ ਹੈ ਜੀ, ਇੱਧਰ ਆ ਜਾਏਗਾ dt, ਤਾਂ a ਟੂ ਦਾ ਪਾਵਰ x dx ਕਾਹਦੇ ਇਕੁਅਲ ਹੋ ਜਾਏਗਾ dt ਅਪੋਨ log a, ਤਾਂ ਇਹਦੀ ਥਾਂ ਤੇ ਅਸੀਂ a ਟੂ ਦਾ ਪਾਵਰ x dx ਦੀ ਥਾਂ ਤੇ ਲਿਖਤਾ dt ਅਪੋਨ log a, ਤੇ ਇੱਥੇ ਆ ਗਿਆ 1 ਮਾਈਨਸ t ਸਕੁਆਇਰ ਹੋ ਜਾਏਗਾ ਕਿਉਂਕਿ ਇਹਦੀ ਪਾਵਰ 2x ਸੀਗਾ, ਤਾਂ 1 ਮਾਈਨਸ t ਸਕੁਆਇਰ, ਆ 1 ਅਪੋਨ log a, ਇਹ ਤਾਂ ਬਾਹਰ ਕੌਂਸਟੈਂਟ ਨਿਕਲਿਆ, ਆਹ ਚੀਜ਼ ਬਣ ਗਈ 1 ਅਪੋਨ ਸਕੁਆਇਰ ਰੂਟ ਆਫ a ਸਕੁਆਇਰ ਮਾਈਨਸ x ਸਕੁਆਇਰ ਯਾਨੀ ਸਾਈਨ ਇਨਵਰਸ ਵਾਲਾ ਫਾਰਮੂਲਾ, ਤਾਂ ਹੋ ਜਾਏਗਾ ਸਾਈਨ ਇਨਵਰਸ t ਅਪੋਨ 1 ਹੋਣਾ ਸੀਗਾ, ਤੇ t ਅਪੋਨ 1 ਨੂੰ t ਵੀ ਲਿਖ ਸਕਦੇ ਅਸੀਂ, t ਦੀ ਦੁਆਰਾ ਵੈਲਿਊ ਅਸੀਂ ਸਬਸਟੀਟਿਊਟ ਕਰਕੇ ਸਾਡਾ ਆਨਸਰ ਆ ਜਾਏਗਾ। ਠੀਕ ਹੈ ਜੀ। The second part, integral of 2x upon 1 upon square root of 1 minus x square minus x to the power 4। ठीक है जी, ਉਸੇ ਤਰ੍ਹਾਂ ਤੁਹਾਨੂੰ ਨਜ਼ਰ ਆ ਰਿਹਾ x ਸਕੁਆਇਰ ਦਾ ਡਿਫਰੈਂਸ਼ੀਅਲ 2x ਉੱਪਰ ਪਿਆ, ਤਾਂ ਅਸੀਂ x ਸਕੁਆਇਰ ਨੂੰ t ਲੈ ਲਾਂਗੇ, 2x dx ਇਕੁਅਲ ਟੂ dt, ਤਾਂ ਉੱਪਰ dt ਬਣ ਗਿਆ 1 upon t 1 upon square root of 1 minus t minus t ਸਕੁਆਇਰ। ਹੁਣ t ਸਕੁਆਇਰ ਵਾਲਾ ਟਰਮ ਸਾਡੇ ਕੋਲ ਨੈਗੇਟਿਵ ਹੈ ਤਾਂ ਮਾਈਨਸ ਕਾਮਨ ਕੱਢਾਂਗੇ, t ਸਕੁਆਇਰ ਪਲੱਸ t ਮਾਈਨਸ 1 ਹੋ ਜਾਏਗਾ। ਇਹਨੂੰ ਉਸੇ ਤਰੀਕੇ ਨਾਲ ਕੰਪਲੀਟ ਸਕੁਆਇਰ ਬਣਾਵਾਂਗੇ, ਕੰਪਲੀਟ ਸਕੁਆਇਰ ਬਣਾਵਾਂਗੇ ਤਾਂ ਸਾਡੇ ਕੋਲ ਬਣ ਜਾਏਗਾ ਆਹ ਚੀਜ਼ t ਪਲੱਸ 1/2 ਦਾ ਹੋਲ ਸਕੁਆਇਰ ਮਾਈਨਸ ਇਹਨਾਂ ਦੋਹਾਂ ਦਾ ਮਾਈਨਸ ਕਰਿਆ ਤਾਂ ਮਾਈਨਸ 5/4 ਹੋ ਜਾਏਗਾ, ਮਾਈਨਸ 5/4 ਕਾਹਦਾ ਸਕੁਆਇਰ ਹੈ ਸਕੁਆਇਰ ਰੂਟ ਆਫ 5/2 ਦਾ ਸਕੁਆਇਰ। ਹੁਣ ਆ ਮਾਈਨਸ ਨੂੰ ਅੰਦਰ ਲਿਆਵਾਂਗੇ ਤਾਂ ਆ ਅੱਗੇ ਹੋ ਜਾਏਗਾ ਪਿੱਛੇ, ਯਾਨੀ ਆ ਪੋਜ਼ੀਟਿਵ ਹੋ ਜਾਏਗਾ ਨੈਗੇਟਿਵ ਹੋ ਜਾਏਗਾ। ਠੀਕ ਹੈ ਨਾ, ਉਸ ਤੋਂ ਬਾਅਦ ਇਹ ਹੁਣ ਬਣ ਗਿਆ a ਸਕੁਆਇਰ ਮਾਈਨਸ x ਸਕੁਆਇਰ,
ਤਾਂ ਸਾਈਨ ਇਨਵਰਸ x ਅਪੋਨ a ਆਏਗਾ ਤੇ ਇਹਦੇ 'ਚ ਅਸੀਂ ਐਲਸੀਐਮ ਲਵਾਂਗੇ ਤੇ ਸੋਲਵ ਕਰਾਂਗੇ ਤਾਂ ਆ ਚੀਜ਼ ਬਣ ਜਾਏਗੀ। t ਦੀ ਵੈਲਿਊ ਦੁਬਾਰਾ ਪੁੱਟ ਕਰ ਦਿਆਂਗੇ ਤਾਂ ਸਾਡਾ ਆਨਸਰ ਆ ਜਾਏਗਾ। ਇਸੇ ਤਰ੍ਹਾਂ e ਟੂ ਦਾ ਪਾਵਰ x ਵਾਲੇ ਕੁਐਸਚਨ ਹੈ, ਇਹ 'ਚ ਵੀ e ਟੂ ਦਾ ਪਾਵਰ x ਨੂੰ ਅਸੀਂ t ਲਵਾਂਗੇ, e ਟੂ ਦਾ ਪਾਵਰ x dx ਇਕੁਅਲ ਟੂ dt ਤਾਂ 5 ਮਾਈਨਸ 4t ਮਾਈਨਸ t ਸਕੁਅਰ ਹੋ ਗਿਆ। ਠੀਕ ਹੈ, ਤੇ ਇਹ 'ਚ ਹੁਣ ਕਿਉਂਕਿ ਟੀ ਸਕੁਅਰ ਫਿਰ ਉਸੇ ਤਰ੍ਹਾਂ ਨੈਗੇਟਿਵ ਹੈ ਤਾਂ ਮਾਈਨਸ ਕਾਮਨ ਕੱਢਾਂਗੇ, ਟੀ ਸਕੁਅਰ ਪਲੱਸ 4t ਮਾਈਨਸ 5 ਹੋ ਜਾਏਗਾ। ਕੰਪਲੀਟ ਸਕੁਅਰ ਬਣਾਵਾਂਗੇ ਤਾਂ ਇਹ ਬਣ ਜਾਏਗਾ ਟੀ ਪਲੱਸ 2 ਦਾ ਹੋਲ ਸਕੁਅਰ ਮਾਈਨਸ 9 ਯਾਨੀ एक्स स्क्वायर माइनस ए स्क्वायर है, इन अंदर ले आवांगे तो ए स्क्वायर माइनस एक्स 3 9 माइनस टी प्लस 2 का होल स्क्वायर हो जाएगा। 9 में असीं लिख सकते हैं 3 का स्क्वायर तो यह होगा 3 स्क्वायर माइनस टी प्लस 2 का होल स्क्वायर यानी ए स्क्वायर माइनस एक्स स्क्वायर वाला फार्मूला यानी साइन इनवर्स वाला साइन इनवर्स एक्स अपॉन ए आ जाएगा। एक टी की असीं वैल्यू पुट कर देंगे, साडा आंसर आ जाएगा। नैक्सट देखो इस तरह का ही है, ये साइन एक्स का डिफरेंशियल कॉस एक्स उपर पाया था साइन एक्स इक्वल टू टी ले लेंगे, कॉस एक्स डी एक्स इक्वल टू डी टी तो उपर डी टी बन गया, इतने बन जाऊगा टी स्क्वायर माइनस 2t प्लस माइनस 3 टी स्क्वायर माइनस 2t माइनस 3। कंप्लीट स्क्वायर बनावांगे, कंप्लीट स्क्वायर बना के बनया टी माइनस 1 का स्क्वायर माइनस 4 बन गया तो 4 में असीं लिख सकते हैं 2 का स्क्वायर। ये हुण बन गया एक्स स्क्वायर माइनस ए स्क्वायर, ਇਹਦੀ ਵੈਲਿਊ ਹੁੰਦੀ ਹੈ log x ਪਲੱਸ ਸਕੁਆਇਰ ਰੂਟ ਆਫ x ਸਕੁਆਇਰ ਮਾਈਨਸ a ਸਕੁਆਇਰ। ਇਹਦੀ ਵੈਲਿਊ ਤੁਹਾਨੂੰ ਉੱਤੇ ਜਾ ਕੇ ਨਜ਼ਰ ਆਏਗੀ ਕਿੱਥੇ ਕੀ ਹੈ ਆਹ ਸੀ, ਤਾਂ ਇਹਦੀ ਥਾਂ ਤੇ ਅਸੀਂ ਲਿਖ ਦਾਂਗੇ ਤੇ t ਦੀ ਵੈਲਿਊ ਦੁਆਰਾ ਸਬਸਟੀਟਿਊਟ ਕਰ ਦਾਂਗੇ, ਸਾਡਾ ਆਨਸਰ ਆ ਜਾਏਗਾ। ਨੈਕਸਟ ਸਾਡੇ ਕੋਲ ਇੰਟੀਗਰਲ ਆਫ ਸਕੁਆਇਰ ਰੂਟ ਆਫ x ਅਪੋਨ a ਕਿਊਬ ਮਾਈਨਸ x dx। ਹੁਣ ਆ ਜਿਹੜਾ ਸਾਡਾ ਕੁਐਸਚਨ ਹੈ ਤੇ ਜਿਹੜੇ ਸਾਡੇ ਫਾਰਮੂਲੇ ਹੈਗੇ ਸਾਡੇ ਕੋਲ a ਸਕੁਆਇਰ ਮਾਈਨਸ x ਸਕੁਆਇਰ, ਅਸੀਂ ਇਹਨੂੰ ਕਿਸੇ ਪਾਵਰ ਦਾ ਸਕੁਆਇਰ ਬਣਾਈਏ ਤਾਂ ਇਹਦੀ ਪਾਵਰ ਹਾਫ ਕਰਕੇ ਦਾ ਸਕੁਆਇਰ ਕਰਦੇ, ਜਿਵੇਂ a ਟੂ ਦਾ ਪਾਵਰ ਇਹਨੂੰ 3/2 ਦੀ ਪਾਵਰ 2 ਕਰ ਦਈਏ, ਤੁਸੀਂ ਅੰਦਰ ਮਲਟੀਪਲਾਈ ਕਰਾਂਗੇ 2 ਕੈਂਸਲ ਹੋ ਕੇ ਪਾਵਰ 3 ਹੋ ਜਾਏਗੀ। ਐਸੇ ਤਰੀਕੇ ਨਾਲ x ਦੀ ਪਾਵਰ ਵੀ 3/2 ਦੀ ਪਾਵਰ 2 ਕਰ ਦਿੰਦੇ ਸਕੁਆਇਰ। ਹੁਣ ਇਹ ਬਣ ਗਿਆ ਨਾ a ਸਕੁਆਇਰ ਮਾਈਨਸ x ਸਕੁਆਇਰ ਤੇ ਇਹਦਾ ਡਿਫਰੈਂਸ਼ੀਅਲ ਉੱਤੇ ਪਿਆ ਸਾਡੇ ਕੋਲ x ਦੀ ਪਾਵਰ 3/2 ਦਾ ਡਿਫਰੈਂਸ਼ੀਅਲ x ਦੀ ਪਾਵਰ ਹਾਫ ਹੁੰਦੀ, ਠੀਕ ਹੈ ਕਿ ਉਹ ਸਾਡੇ ਕੋਲ ਉੱਪਰ ਪਿਆ ਤਾਂ ਇਹਨੂੰ ਅਸੀਂ t ਲੈ ਸਕਦੇ ਹਾਂ। ਮਤਲਬ ਤਾਂ ਅਸੀਂ ਕੀ ਕਰਿਆ x ਦੀ ਪਾਵਰ 3/2 ਨੂੰ ਅਸੀਂ ਲੈ ਲਿਆ t ਤਾਂ 3/2 x to the power 1/2 dx इक्वल टू dt हो जाएगा। x to the power 1/2 dx इक्वल टू ਕੀ ਹੋ ਜਾਏਗਾ ਉਧਰ ਜਾ ਕੇ ਉਲਟ ਕੇ ਮਲਟੀਪਲਾਈ ਹੋਗਾ 2/3 dt। ਤਾਂ ਅਸੀਂ ਇਹਦੀ ਥਾਂ ਤੇ ਉੱਪਰਲੇ ਥਾਂ ਤੇ ਲਿਖਤਾ 2/3 dt ਤਾਂ a to the power 3/2 ਦੀ ਪਾਵਰ 2 ਮਾਈਨਸ t ਸਕੁਆਇਰ ਹੋ ਗਿਆ, ਠੀਕ ਹੈ ਨਾ, ਕਿਉਂਕਿ ਇਹਦੀ ਵੈਲਿਊ ਅਸੀਂ t ਲਈ ਸੀਗੀ ਤਾਂ t ਦਾ ਸਕੁਆਇਰ। ਤਾਂ ਹੁਣ ਸਾਡੇ ਕੋਲ ਕੀ ਬਣਿਆ ਫਿਰ ਇਹ a ਕਿਊਬ a ਸਕੁਆਇਰ ਮਾਈਨਸ x ਸਕੁਆਇਰ ਵਾਲਾ ਫਾਰਮੂਲਾ ਬਣ ਗਿਆ, ਸਕੁਆਇਰ ਰੂਟ ਆਫ a ਸਕੁਆਇਰ ਮਾਈਨਸ x ਸਕੁਆਇਰ ਯਾਨੀ ਆ 2/3 ਤਾਂ ਆਹੀ ਹੈ ਸਾਈਨ ਇਨਵਰਸ x ਅਪੋਨ a ਯਾਨੀ t ਅਪੋਨ a ਟੂ ਦਾ ਪਾਵਰ 3/2 ਪਲੱਸ c ਆ t ਦੀ ਵੈਲਿਊ x ਟੂ ਦਾ ਪਾਵਰ 3/2 ਜਿਹੜੀ ਅਸੀਂ ਲਈ ਸੀ ਉਹ ਦੁਬਾਰਾ ਸਬਸਟੀਟਿਊਟ ਕਰਨ ਸਾਡਾ ਆਨਸਰ ਆ ਗਿਆ, ਠੀਕ ਹੈ। ਅੱਗੇ ਹੈਗਾ cos 9 ਹੈਗਾ sin 2x cos 2x upon square root of 9 minus cos to the power 4x 2x cos to the power 2x ਇਹਦਾ ਸਕੁਆਇਰ ਨੂੰ ਅਸੀਂ t ਲੈ ਲਾਂਗੇ ਕਿਉਂਕਿ ਪਾਵਰ 4 ਹੈ, ਉਹਦਾ ਡਿਫਰੈਂਸ਼ੀਅਲ ਉੱਤੇ ਪਿਆ cos ਸਕੁਆਇਰ 2x ਨੂੰ ਅਸੀਂ t ਤੇ ਕੀ ਹੋ ਜਾਏਗਾ ਪਹਿਲਾਂ ਤਾਂ 2 ਬਾਹਰ ਆਏਗਾ, ਠੀਕ ਹੈ, ਇਹ ਜਿਵੇਂ 2 cos 2x ਫਿਰ cos 2x ਦਾ ਡਿਫਰੈਂਸ਼ੀਅਲ माइनस साइन 2x फिर 2x का डिफरेंशिएशन 2 हो रहा है यानी 4 आ सारे का डिफरेंशिएशन ख्याल नाल देख लो की बनया डी डी एक्स ऑफ cos स्क्वायर 2x डिफरेंशिएट करांगे तो पहले तो 2 बाहर आएगा 2 cos 2x यदि पावर 1 ले लेंगे फिर cos 2x का डिफरेंशिएशन माइनस साइन 2x फिर 2x का डिफरेंशिएशन 2 हो रहा है तो की हो गया 2 × 2 4 हो गया कि नहीं 2 × 2 4 तो माइनस आ गया मूरे तो cos 2x आ गया तो sin 2x आ गया, ठीक है। तो इस तरीके क्वेश्चन, ठीक है। ये हूँ 4 ਨੂੰ ਅਸੀਂ ਉੱਧਰ ਲੈ ਜਾਵਾਂਗੇ ਮਾਈਨਸ ਨੂੰ ਵੀ ਉੱਧਰ ਲੈ ਜਾਵਾਂਗੇ ਤਾਂ cos 2x sin 2x dx ਇਕੁਅਲ ਟੂ ਬਣ ਜਾਊਗਾ ਮਾਈਨਸ dt/4, ਠੀਕ ਹੈ। ਤਾਂ ਇਹਦੇ ਥਾਂ ਤੇ ਅਸੀਂ ਪੁੱਟ ਕਰਾਂਗੇ dt ਮਾਈਨਸ ਦਾ dt/4,
ਮਾਈਨਸ ਬਾਹਰ ਚਲਾ ਗਿਆ, 1/4 ਵੀ ਬਾਹਰ ਚਲਾ ਗਿਆ, ਇੱਥੇ dt ਰਹਿ ਗਿਆ ਇਕੱਲਾ। ਤਾਂ ਇੱਥੇ ਬਣਿਆ 9 ਦੀ ਥਾਂ ਤੇ ਆ ਜਾਊਗਾ 3 ਸਕੁਆਇਰ ਮਾਈਨਸ t ਸਕੁਆਇਰ, ਉਹੀ a ਸਕੁਆਇਰ ਮਾਈਨਸ x ਸਕੁਆਇਰ ਵਾਲਾ ਫਾਰਮੂਲਾ, ਯਾਨੀ ਸਾਈਨ ਇਨਵਰਸ ਵਾਲਾ ਫਾਰਮੂਲਾ, ਸਾਈਨ ਇਨਵਰਸ x ਅਪੋਨ a, x ਦੀ ਵੈਲਿਊ ਪੁੱਟ ਕਰਤੀ, ਸਾਡਾ ਆਨਸਰ ਆ ਗਿਆ। ਸਕੁਆਇਰ ਰੂਟ ਆਫ sec x ਮਾਈਨਸ 1 dx, ਇਹਦਾ ਇੰਟੈਗ੍ਰੇਸ਼ਨ ਅਸੀਂ ਕਰਨਾ। ਤਾਂ sec x ਨੂੰ ਅਸੀਂ ਲਿਖ ਸਕਦੇ ਹਾਂ 1 ਅਪੋਨ cos x, ਠੀਕ ਹੈ ਨਾ, ਤੇ 1 ਮਾਈਨਸ ਉੱਪਰ ਹੁਣ ਜਦੋਂ ਐਲਸੀਐਮ ਲਵਾਂਗੇ ਤਾਂ 1 ਮਾਈਨਸ cos x ਅਪੋਨ cos x ਹੋ ਜਾਏਗਾ। ਇਹਨੂੰ ਅਸੀਂ 1 ਪਲੱਸ cos x ਨਾਲ ਉੱਪਰ ਥੱਲੇ ਮਲਟੀਪਲਾਈ ਕਰੀਏ ਤਾਂ ਇਹ ਬਣ ਜਾਊਗਾ 1 ਮਾਈਨਸ cos ਸਕੁਆਇਰ x ਅਪੋਨ cos x ਨਾਲ ਮਲਟੀਪਲਾਈ ਕਰਾਂਗੇ ਤਾਂ cos x ਇੰਟੂ cos ਸਕੁਆਇਰ x ਬਣ ਜਾਏਗਾ, ਤੇ ਉੱਪਰ ਬਣ ਜਾਊਗਾ sin ਸਕੁਆਇਰ x। ਜਦੋਂ ਅਸੀਂ ਇਹਦਾ ਸਕੁਆਇਰ ਰੂਟ ਲਵਾਂਗੇ ਤਾਂ ਸਾइन ਸਕੁਆਇਰ x ਦਾ ਸਕੁਆਇਰ ਰੂਟ sin x ਆ ਜਾਏਗਾ, ਹੇਠਾਂ ਬਣ ਜਾਏਗਾ cos ਸਕੁਆਇਰ x ਪਲੱਸ cos x ਦਾ ਸਕੁਆਇਰ। ਹੁਣ ਇਹ ਚੀਜ਼ ਉਹਦੇ 'ਚ ਫਿਰ ਬਣ ਸਕਦੀ ਹੈ। ਹੁਣ ਅਸੀਂ ਜੇ cos x ਨੂੰ t ਲਈਏ ਤਾਂ ਉਹਦਾ ਡਿਫਰੈਂਸ਼ੀਅਲ ਉੱਤੇ ਪਿਆ, ਲੈਟ ਕਰਾਂਗੇ cos x ਇਕੁਅਲ ਟੂ t, ਤਾਂ ਮਾਈਨਸ sin x dx ਇਕੁਅਲ ਟੂ dt ਹੋ ਜਾਏਗਾ, sin x dx ਇਕੁਅਲ ਟੂ ਮਾਈਨਸ dt ਹੋ ਜਾਏਗਾ। ਤਾਂ ਵੈਲਿਊਜ਼ ਪੁੱਟ ਕੀਤੀਆਂ, ਉਸੇ ਤਰੀਕੇ ਨਾਲ ਕੰਪਲੀਟ ਸਕੁਆਇਰ ਬਣਾਇਆ। ਕੰਪਲੀਟ ਸਕੁਆਇਰ ਬਣਾਉਣ ਤੋਂ ਬਾਅਦ ਅਸੀਂ ਜਦੋਂ ਉਸਨੂੰ ਇੰਟੈਗਰੇਟ ਕੀਤਾ, ਸਾਡੇ ਕੋਲੇ ਬਣਿਆ ਇਹ x ਸਕੁਆਇਰ ਮਾਈਨਸ a ਸਕੁਆਇਰ ਦਾ ਸਕੁਆਇਰ ਰੂਟ 1 ਅਪੋਨ, ਹੈ ਨਾ, ਤਾਂ ਇਹਦੀ ਵੈਲਿਊ ਹੋ ਜਾਏਗੀ log x ਪਲੱਸ ਸਕੁਆਇਰ ਰੂਟ ਆਫ x ਸਕੁਆਇਰ ਮਾਈਨਸ a ਸਕੁਆਇਰ। ਇਹਦੀ ਵੈਲਿਊ ਕੀ ਸੀ ਉੱਪਰ, ਆਹੀ ਸੀ, ਤਾਂ ਉਹੀ ਅਸੀਂ ਸਿੱਧਮ ਸਿੱਧੀ ਉਹ ਵੈਲਿਊ, ਠੀਕ ਹੈ। ਇਹਦੇ ਥਾਂ ਤੇ t ਦੀ ਥਾਂ ਤੇ ਉਹਦੀ ਵੈਲਿਊ ਪੁੱਟ ਕਰੀ, ਸਾਡਾ ਆਨਸਰ ਆ ਗਿਆ। ਤੇ ਇੱਥੇ ਆ ਗਿਆ ਹੁਣ ਲਾਸਟ ਸਾਡੇ ਕੋਲੇ 1 ਅਪੋਨ ਸਕੁਆਇਰ ਰੂਟ ਆਫ 1 ਮਾਈਨਸ e ਟੂ ਦਾ ਪਾਵਰ 2। ਹੁਣ ਇਹਦਾ ਉੱਪਰ ਡਿਫਰੈਂਸ਼ੀਅਲ ਹੈ ਨਹੀਂ ਪਿਆ, ਅਸੀਂ ਪਹਿਲਾਂ ਵੀ ਇੱਕ ਵਾਰੀ ਇੱਦਾਂ ਦੇ ਕੀਤੇ ਸੀ ਵੀ e ਦੀ ਪਾਵਰ ਹੋਵੇ ਅਤੇ ਉਹਦਾ ਡਿਫਰੈਂਸ਼ੀਅਲ ਉੱਪਰ ਨਾ ਪਿਆ ਹੋਵੇ ਤਾਂ ਅਸੀਂ ਕੁਛ ਕਰਦੇ ਹੁੰਦੇ ਹਾਂ, ਕੀ ਕਰਦੇ ਹਾਂ 1 ਮਾਈਨਸ, ਇਹਨੂੰ ਅਸੀਂ 1 ਅਪੋਨ ਲਿਖ ਲਾਂਗੇ। 1 ਅਪੋਨ ਲਿਖ ਕੇ ਅਤੇ ਜਦੋਂ ਅਸੀਂ ਇਹਨੂੰ ਐਲਸੀਐਮ ਲਵਾਂਗੇ ਤਾਂ e ਟੂ ਦਾ ਪਾਵਰ ਮਾਈਨਸ 2x ਮਾਈਨਸ 1 ਅਪੋਨ e ਟੂ ਦਾ ਪਾਵਰ 2x ਹੋ ਜਾਏਗੀ। ਇਹਦਾ ਅਸੀਂ ਜਦੋਂ ਸਕੁਆਇਰ ਰੂਟ ਲਵਾਂਗੇ ਤਾਂ ਪਾਵਰ 2 ਦੀ ਥਾਂ 'ਤੇ 1 ਰਹਿ ਜਾਊਗੀ, ਤਾਂ e ਦੀ ਪਾਵਰ ਮਾਈਨਸ x ਬਟੇ 'ਚ ਸੀ ਉੱਪਰ ਜਾ ਕੇ ਮਲਟੀਪਲਾਈ, e ਦੀ ਪਾਵਰ ਮਾਈਨਸ x ਸਕੁਆਇਰ ਰੂਟ ਆਫ ਆਹ ਚੀਜ਼ ਬਚਦੀ, ਠੀਕ ਹੈ ਨਾ। ਹੁਣ ਅਸੀਂ e ਟੂ ਦਾ ਪਾਵਰ ਮਾਈਨਸ x ਨੂੰ t ਲੈ ਸਕਦੇ ਹਾਂ, ਕਿਉਂਕਿ ਉਹਦਾ ਸਾਡਾ ਡਿਫਰੈਂਸ਼ੀਅਲ ਉੱਪਰ e ਟੂ ਦਾ ਪਾਵਰ ਮਾਈਨਸ x ਇਕੁਅਲ ਟੂ t, ਤਾਂ ਮਾਈਨਸ e ਟੂ ਦਾ ਪਾਵਰ ਮਾਈਨਸ x dx ਇਕੁਅਲ ਟੂ dt ਹੋ ਜਾਏਗਾ, e ਟੂ ਦਾ ਪਾਵਰ ਮਾਈਨਸ x dx ਇਕੁਅਲ ਟੂ ਮਾਈਨਸ dt ਹੋ ਜਾਏਗਾ। ਤਾਂ ਇਹਦੀ ਥਾਂ 'ਤੇ ਅਸੀਂ ਪੁੱਟ ਕਰਾਂਗੇ ਮਾਈਨਸ dt, ਇੱਥੇ ਵੀ ਮਿਸਟੇਕ ਹੈ, ਮਾਈਨਸ ਬਾਹਰ ਆਏਗਾ, ਆ ਮਾਈਨਸ ਨੂੰ ਬਾਹਰ ਹੀ ਲਿਖਾਂਗੇ, ਇੱਥੇ ਵੀ ਮਾਈਨਸ ਅੱਗੇ ਆਏਗਾ, ਇੱਥੇ ਬਾਹਰ। ਤਾਂ dt ਅਪੋਨ ਸਕੁਆਇਰ ਰੂਟ ਆਫ t ਸਕੁਆਇਰ ਮਾਈਨਸ 1, ਅਤੇ ਇਹ ਹੋ ਜਾਏਗਾ x ਸਕੁਆਇਰ ਮਾਈਨਸ a ਸਕੁਆਇਰ ਵਾਲਾ ਫਾਰਮੂਲਾ, ਵੈਲਿਊਜ਼ ਕੱਢ ਲੈਣੀ ਹੈ ਅਤੇ t ਦੀ ਵੈਲਿਊ ਦੁਆਰਾ ਸਬਸਟੀਟਿਊਟ ਕਰ ਦੇਣੀ, ਸਾਡਾ ਆਨਸਰ ਆ ਜਾਏਗਾ।